ਭਾਈ ਕਰਮਵੀਰ ਸਿੰਘ ਜੀ ਆਪ ਸੰਗਤਾਂ ਵਿੱਚ ਹਾਜ਼ਰ ਹਨ। ਉਹਨਾਂ ਕੋਲੋਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਹਮੇ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੈ ਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹੱਲਾ ਨਾਵਾ, ਕਾਹਾ ਮਨ ਵਿਖਿਆ ਸਿਓ ਲਪਟਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਸਤ ਸੰਗਤ ਦੀਆਂ ਸੁੰਦਰ ਘੜੀਆਂ ਮਹਾਰਾਜ ਜੀਆਂ ਨੇ ਬਖਸ਼ੀਆਂ ਹਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਸਾਰੰਗ ਰਾਗ ਦੇ ਵਿੱਚ ਜਿਸ ਤਰ੍ਹਾਂ ਕੱਲ ਹਜੂਰ ਨੇ ਸ਼ਬਦ ਉਚਾਰਨ ਕੀਤਾ ਸੀ, ਹਰ ਬਿਨ ਤੇਰੋ ਕੋ ਨਾ ਸਹਾਈ। ਮਹਾਰਾਜ ਜੀਆਂ ਨੇ ਫਰਮਾਇਆ ਸੀ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਹਰੀ ਤੋਂ ਬਿਨਾ ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਬਾਬਤ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਤੇਗ ਬਹਾਦਰ ਸਿਮਰੀਐ
ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਜਿੱਥੇ ਵੀ ਹਜੂਰ ਨੂੰ ਯਾਦ ਕੀਤਾ ਜਾਂਦਾ ਹੈ, ਹਜੂਰ ਉੱਥੇ ਹੀ ਜਾ ਕੇ ਆਪਣੇ ਗੁਰਸਿੱਖ ਦੀ ਮਦਦ ਕਰਦੇ ਹਨ। ਜਿਸ ਤਰ੍ਹਾਂ ਮੱਖਣ ਸ਼ਾਹ ਲੁਬਾਣੇ ਦੀ ਮਦਦ ਕੀਤੀ ਸੀ, ਬਰੇਤੇ ਵਿੱਚ ਫਸਿਆ ਹੋਇਆ ਉਸ ਦਾ ਜਹਾਜ਼। ਸਾਧ ਸੰਗਤ ਜੀ, ਦਿਲੋਂ ਅਰਦਾਸ ਨਿਕਲੀ ਸੀ ਕਿ ਮਹਾਰਾਜ ਜੀ ਮੇਰੀ ਮਦਦ ਕਰੋ। ਸਭ ਆਸਰੇ ਮੱਖਣ ਸ਼ਾਹ ਨੇ ਦੇਖਿਆ ਸੀ, ਕੋਈ ਵੀ ਮੇਰੀ ਆਸਰਾ ਨਹੀਂ ਦੇ ਸਕਦਾ, ਕੋਈ ਵੀ ਮੇਰੀ ਹੁਣ ਮਦਦ ਨਹੀਂ ਕਰ ਸਕਦਾ। ਹਜੂਰ ਦੇ ਚਰਨਾਂ ਕਮਲਾਂ ਦਾ ਧਰਿਆ ਧਿਆਨ। ਇਧਰ ਸਾਧ ਸੰਗਤ ਜੀ, ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਨੂੰ ਹਜੂਰ ਭਾਗ ਲਾ ਰਹੇ ਸੀ। ਤੇਗ ਬਹਾਦਰ ਸਿਮਰੀਐ, ਕਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਸਿਮਰੈ ਹਾਦਰ ਹੋਤ ਹੈ। ਜਿੱਥੇ ਵੀ ਗੁਰਸਿੱਖ ਪ੍ਰੇਮ ਨਾਲ ਹਜੂਰ ਨੂੰ ਸਿਮਰਦਾ ਹੈ, ਹਜੂਰ ਦੀ ਅੰਮ੍ਰਿਤ ਗੁਰਬਾਣੀ ਦਾ ਯਾਦ ਕਰਦਾ ਹੈ, ਮਹਾਰਾਜ ਜੀਆਂ ਦੀ ਬਾਣੀ ਹਿਰਦੇ ਵਿੱਚ ਵਸਾਉਂਦਾ ਹੈ, ਹਜੂਰ ਉਸ ਗੁਰਸਿੱਖ ਦੇ ਹਿਰਦੇ ਵਿੱਚ ਆ ਵਸਦੇ ਹਨ। ਸਿਮਰੇ ਹਾਦਰ ਹੋਤ ਹੈ, ਚਾਦਰ ਸੇਵਕ ਬ੍ਰਿੰਦ। ਤੇ ਸੇਵਕਾਂ ਦੇ ਪਾਪ, ਜੋ ਸਾਧ ਸੰਗਤ ਜੀ ਗਲਤੀ ਨਾਲ ਪਾਪ ਵੀ ਹੋ ਜਾਂਦੇ ਹਨ, ਹਜੂਰ ਉਸ ਤੇ ਚਾਦਰ ਪਾ ਦਿੰਦੇ ਹਨ। ਹਰੇਕ ਨੂੰ ਪਤਾ ਹੁੰਦਾ ਹੈ ਮੇਰੇ ਮਨ ਵਿੱਚ ਕੈਸੇ ਪਾਪ ਚੱਲਦੇ ਹਨ। ਇਹ ਤਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਚਾਦਰ ਪਾ ਛੱਡੀ ਹੈ, ਪਾਪ ਢੱਕ ਸਕੇ ਹਨ। ਨਹੀਂ ਤਾਂ ਐਸੀ ਜੀਵ ਦੀ ਹਾਲਤ ਹੈ, ਕੋਈ ਇਸ ਨੂੰ ਲਾਗੇ ਨਾ ਲੱਗਣ ਦੇ। ਤੇਗ ਬਹਾਦਰ ਸਤਿਗੁਰੂ ਸਾਦਰ ਤਿੰਨ ਪਦ ਬੰਦ। ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਐਸੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਮਣਾ ਮੇਰੀ ਸਦਾ ਹੀ ਬੰਦਨਾ ਹੈ, ਡੰਡੌਤ ਹੈ, ਨਮਸਕਾਰ ਕਰਦਾ ਹਾਂ ਹਜੂਰ ਦੇ ਚਰਨਾਂ ਤੇ। ਸਾਧ ਸੰਗਤ ਜੀ, ਜਿਸ ਸਮੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਜੀਆਂ ਦੀ ਉਹ ਪਾਵਨ ਪਵਿੱਤਰ ਧਰਤੀ, ਜਿਸ ਧਰਤੀ ਤੇ ਪੰਥ ਵਾਲੀ ਸਤਿਗੁਰੂ ਜੀਆਂ ਦਾ ਆਗਮਨ ਹੋਇਆ ਹੈ, ਉਸ ਜਗ੍ਹਾ ਤੇ ਸਾਧ ਸੰਗਤ ਜੀ ਅੱਜ ਹਜੂਰ ਅੱਗੇ ਅਸਾਮ ਨੂੰ ਚਾਲਾ ਪਾਉਣ ਲੱਗੇ ਹਨ। ਸੰਗਤਾਂ ਹਜੂਰ ਦੇ ਪਾਸ ਆ ਕੇ ਹੱਥ ਜੋੜ ਕੇ ਨੇਤਰਾਂ ਦੇ ਵਿੱਚ ਬਰਾਗ ਹੈ ਗੁਰਸਿੱਖਾਂ ਦੇ, ਮਹਾਰਾਜ ਜੀ ਸਾਨੂੰ ਕੋਈ ਉਪਦੇਸ਼ ਦੇ ਕੇ ਜਾਵੋ, ਹਜੂਰ ਕਿਰਪਾ ਕਰੋ। ਉਸ ਸਮੇਂ ਹਜੂਰ ਨੇ ਜੋ ਉਪਦੇਸ਼ ਪਟਨਾ ਸਾਹਿਬ ਜੀਆਂ ਦੀ ਸੰਗਤਾਂ ਨੂੰ ਦਿੱਤਾ ਸੀ, ਪ੍ਰਥਾਏ ਸਾਖੀ ਮਹਾਪੁਰਸ਼ ਬੋਲਦੇ, ਸਾਜੀ ਸਗਲ ਜਹਾਨੇ। ਉਪਦੇਸ਼ ਤਾਂ ਸਾਧ ਸੰਗਤ ਜੀ ਕਿਸੇ ਇੱਕ ਵਾਸਤੇ ਹੁੰਦਾ ਹੈ, ਪਰ ਹਰੇਕ ਵਾਸਤੇ ਉਹ ਉਪਦੇਸ਼ ਸਾਂਝਾ ਹੁੰਦਾ ਹੈ। ਜੋ ਵੀ ਉਸ ਉਪਦੇਸ਼ ਨੂੰ ਕਮਾਵੇ ਕਲਿਆਣ ਹੋ ਜਾਂਦੀ ਹੈ। ਨਿਸ਼ਚੈ ਕੈ ਤਰੈਂਗੇ, ਨਿਸ਼ਚੇ ਵਾਚਰ ਮਹਾਰਾਜ ਜੀ ਕਹਿੰਦੇ ਹਨ, ਉਹ ਤਰ ਜਾਣਗੇ। ਆਓ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਜੀਆਂ ਦੀ ਧਰਤੀ ਤੇ ਤਖਤ ਤੇ ਹਜੂਰ ਸੱਜ ਬੈਠੇ ਹਨ। ਸੰਗਤਾਂ ਦੇ ਮਨ ਦੇ ਵਿੱਚ ਪ੍ਰੇਮ ਛਾਲੇ ਮਾਰਦਾ ਹੈ। ਹੱਥ ਜੋੜ ਕੇ ਹਜੂਰ ਦੀ ਪਵਿੱਤਰ ਸਿੱਖਿਆ, ਜਿਸ ਤਰ੍ਹਾਂ ਹਜੂਰ ਆਪਣੇ ਮੁਖਾਰ ਬਿੰਦ ਤੋਂ ਫਰਮਾਉਂਦੇ ਹਨ, ਹਜੂਰ ਦੇ ਚਰਨਾਂ ਕਮਲਾਂ ਦਾ ਧਰੀਏ ਧਿਆਨ। ਦੋਨੋਂ ਹੱਥ ਜੋੜ ਕੇ ਮਹਾਰਾਜ ਜੀਆਂ ਦੇ ਅਦਬ ਵਿੱਚ ਇਸ ਸਰੀਰ ਦੀ ਕਲਿਆਣ ਵਾਸਤੇ ਅਦਬ ਸਹਿਤ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਾਰੰਗ ਮਹੱਲਾ ਨਾਵਾ। ਸਾਰਗ ਰਾਗ ਨੂੰ ਭਾਗ ਲਾਉਂਦੇ ਹੋਏ ਨਾਵੇਂ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਰੰਗ ਸਾਧ ਸੰਗਤ ਜੀ ਧਨੁੱਖ ਨੂੰ ਕਹਿੰਦੇ ਹਨ। ਮਹਾਰਾਜ ਜੀਆਂ ਨੇ ਅੱਜ ਹੱਥ ਵਿੱਚ ਧਨੁੱਖ ਪਕੜਿਆ ਹੈ। ਸਾਧ ਸੰਗਤ ਜੀ, ਜੋ ਇਹ ਰਿਦਾ ਹੈ ਗੁਰਸਿੱਖਾਂ ਦਾ, ਇਹ ਧਨੁੱਖ ਹੈ ਪ੍ਰੇਮ ਦੇ। ਜੋ ਸਾਧ ਸੰਗਤ ਜੀ ਗੁਰਸਿੱਖਾਂ ਨੇ ਚਿੱਲਾ ਚਾੜਿਆ ਹੈ, ਮਹਾਰਾਜ ਜੀਆਂ ਦੇ ਸ਼ਬਦਾਂ ਦੇ ਅਣਿਆਲੇ ਤੀਰ ਗੁਰਸਿੱਖ ਆਪਣੀ ਛਾਤੀ ਤੇ ਸਹਿੰਦੇ ਹਨ। ਮਹਾਰਾਜ ਜੀਆਂ ਦਾ ਉਪਦੇਸ਼ ਉਹਨਾਂ ਦੀ ਛਾਤੀ ਨੂੰ ਵਿੰਨ੍ਹਦਾ ਹੋਇਆ ਪਾੜ ਹੋ ਜਾਂਦਾ ਹੈ। ਹਜੂਰ ਜਿਸ ਤਰ੍ਹਾਂ ਬਚਨ ਫਰਮਾਉਂਦੇ ਹਨ, ਗੁਰਸਿੱਖ ਸਿੱਧਾ ਆਪਣੇ ਮਨ ਤੇ ਢਾਲਦੇ ਹਨ, ਦੇਖ ਮਣਾ
ਤੇਰੀ ਕੈਸੀ ਹਾਲਤ ਹੈ ਸੰਸਾਰ ਦੇ ਵਿੱਚ। ਹਜੂਰ ਦੀ ਗੁਰਬਾਣੀ ਕੀ ਉਪਦੇਸ਼ ਦਿੰਦੀ ਹੈ। ਦੇਖ ਆਪਣੇ ਮਨ ਤੇ ਝਾਤੀ ਮਾਰ ਕੇ। ਬਬੀਹੇ ਦੀ ਨਿਆਈ ਅੱਜ ਸਾਰੰਗ ਰਾਗ ਨੂੰ ਹਜੂਰ ਭਾਗ ਲਾ ਰਹੇ ਹਨ। ਕਾਹਾ ਮਨ ਬਿਖਿਆ ਸਿਓ ਲਿਪਟਾਹੀ। ਮਹਾਰਾਜ ਜੀ ਫਰਮਾਉਂਦੇ ਹਨ, ਕਹਾ ਮਨ ਵਿਖਿਆ, ਮਹਾਰਾਜ ਜੀ ਕਹਿੰਦੇ ਹਨ ਵਿਖਿਆ ਸਿਉ ਲਪਟਾਹੀ। ਹੇ ਮੇਰਿਆ ਮਣਾ, ਇਹ ਸਾਧ ਸੰਗਤ ਜੀ ਸਿੱਧਾ ਧਨੁਖ ਤੀਰ ਮਹਾਰਾਜ ਜੀ ਗੁਰਸਿੱਖਾਂ ਦੇ ਮਨ ਤੇ ਮਾਰ ਰਹੇ ਹਨ। ਮਹਾਰਾਜ ਜੀ ਸਿੱਧਾ ਮਨ ਨੂੰ ਉਪਦੇਸ਼ ਦੇ ਰਹੇ ਹਨ ਤੇ ਪ੍ਰੇਮ ਵਾਲੇ ਗੁਰਸਿੱਖ ਸਿੱਧਾ ਮਨ ਤੇ ਉਪਦੇਸ਼ ਸਹਿੰਦੇ ਹਨ। ਹਜੂਰ ਫਰਮਾਉਂਦੇ ਹਨ, ਕਹਾ ਮਨ ਵਿਖਿਆ ਸੋ ਲਪਟਾਈ। ਹੇ ਮੇਰੇ ਭੁੱਲਿਆ ਹੋਇਆ ਮਣਾ, ਕਿੱਥੇ ਵਿਸ਼ਿਆਂ ਵਿੱਚ ਤੂੰ ਲਪਟੇ ਮਾਰ ਰਿਹਾ ਹੈ। ਵਿਖੇ ਸਾਧ ਸੰਗਤ ਜੀ ਜ਼ਹਿਰ ਨੂੰ ਵੀ ਕਹਿੰਦੇ ਹਨ। ਮਹਾਰਾਜ ਜੀ ਫਰਮਾਉਂਦੇ ਹਨ, ਦੇਖ ਤੂੰ ਕਿੱਥੇ ਲਪਟੇ ਮਾਰ ਰਿਹਾ ਹੈ। ਜਾ ਜਗ ਮੈਂ ਕੋ ਰਹਿਨ ਨਾ ਪਾਵੈ। ਮਹਾਰਾਜ ਜੀ ਫਰਮਾਉਂਦੇ ਹਨ, ਗੁਰਸਿੱਖੋ ਇਸ ਸੰਸਾਰ ਦੇ ਵਿੱਚ ਕੋਈ ਵੀ ਸਦਾ ਵਾਸਤੇ ਰਹਿਣ ਨਹੀਂ ਪਾਇਆ। ਜਿੰਨੇ ਆਏ ਨੇ ਸਭ ਨੂੰ ਅਖੀਰ ਨੂੰ ਹੱਥ ਝਾੜ ਕੇ ਜਾਣਾ ਪਿਆ ਹੈ। ਇਕ ਆਵਹਿ ਇਕ ਜਾਹੀ। ਮਹਾਰਾਜ ਜੀ ਫਰਮਾਉਂਦੇ ਹਨ, ਇਹ ਸੰਸਾਰ ਮੁਸਾਫਰਖਾਨੇ ਦੀ ਨਿਆਈ ਹੈ। ਇੱਕ ਆਉਂਦਾ ਹੈ, ਥੋੜੇ ਦਿਨ ਰਹਿ ਕੇ ਫਿਰ ਅੱਗੇ ਚਲੇ ਜਾਂਦਾ ਹੈ। ਤੇ ਜਿਹੜੇ ਜੀਵ ਹਨ ਇਹ ਰਸਤੇ ਦੇ ਨਾਲ ਜਿਵੇਂ ਕੋਈ ਸਾਥੀ ਮਿਲ ਜਾਂਦਾ ਹੈ। ਕੋਈ ਥੋੜੀ ਜੀ ਵਾਟ ਕੱਢ ਕੇ ਦੂਰ ਹੋ ਜਾਂਦਾ ਹੈ, ਕੋਈ ਥੋੜੇ ਜਿਹੇ ਹੋਰ ਕਿਲੋਮੀਟਰ ਚਲੇ ਜਾਂਦਾ ਹੈ। ਸਭ ਆਪਣੀ ਆਪਣੀ ਉਮਰ ਭੋਗ ਕੇ ਮਹਾਰਾਜ ਜੀ ਕਹਿੰਦੇ ਹਨ ਜਾ ਰਹੇ ਹਨ। ਇਸ ਸੰਸਾਰ ਵਿੱਚ ਕਿਸੇ ਨੇ ਵੀ ਰਹਿਣ ਨਹੀਂ ਪਾਇਆ। ਕਾਹਾ ਮਨ ਬਿਖਿਆ ਸੋ ਲਪਟਾਹੀ। ਸਾਧ ਸੰਗਤ ਜੀ ਹਜੂਰ ਜਿਸ ਤਰ੍ਹਾਂ ਫਰਮਾਉਂਦੇ ਹਨ, ਹਰੀ ਅੰਗੂਰੀ ਗਧਾ ਚਰੈ, ਨਿਤ ਉਠ ਹਾਸੈ ਹੀਗੈ ਮਰੈ। ਜਿਸ ਤਰ੍ਹਾਂ ਸਾਧ ਸੰਗਤ ਜੀ ਹਰੀ ਹਰੀ ਘਾਹ ਵੱਲ ਗਧਾ ਜਾਂਦਾ ਹੈ, ਹਜੂਰ ਇਹ ਮਨ ਦੀ ਹਾਲਤ ਦੱਸਦੇ ਹਨ। ਆਪਣੇ ਮਨ ਭਾਉਂਦੇ ਪਦਾਰਥ ਖਾਂਦਾ ਹੈ ਪਰ ਹੀਂਗਦਾ ਫਿਰ। ਜਿਸ ਤਰ੍ਹਾਂ ਬੰਦਾ ਸਾਧ ਸੰਗਤ ਜੀ ਕਹਿੰਦਾ ਹੈ, ਮੈਨੂੰ ਕੀ ਹੋਣ ਲੱਗਾ ਹੈ ਜੇ ਮੈਂ ਕੁਝ ਵੀ ਨਸ਼ੇ ਕਰਾਂ ਜਾਂ ਵਿਸ਼ੇ ਭੋਗਾਂ। ਮਹਾਰਾਜ ਜੀ ਕਹਿੰਦੇ ਹਨ, ਇਸ ਤਰ੍ਹਾਂ ਗਧੇ ਦੇ ਵਾਂਗੂ ਹੀਂਗਦਾ ਹੈ, ਜਨਮਾਂ ਮਰਨਾਂ ਦੇ ਗੇੜੇ ਵਿੱਚ ਪਏ ਰਹੇਗਾ। ਉੱਥੇ ਹੀ ਸਾਧ ਸੰਗਤ ਜੀ ਹਜੂਰ ਪ੍ਰਮਾਣ ਦੇ ਕੇ ਦੱਸਦੇ ਹਨ, ਜਿਸ ਤਰ੍ਹਾਂ ਮਸਤ ਹੋਇਆ ਝੋਟਾ ਆਪਣੀ ਚਾਲ ਵਿੱਚ ਚੱਲਦਾ ਹੈ, ਕਿਸੇ ਦੇ ਕਹਿਆ ਵੀ ਨਹੀਂ ਮੁੜਦਾ, ਸਿੱਧਾ ਜਾ ਕੇ ਘਾਹ ਵਿੱਚ ਮੂੰਹ ਮਾਰਦਾ ਹੈ ਜਿੱਦਾਂ ਪੱਠਿਆਂ ਨੂੰ। ਮਹਾਰਾਜ ਜੀ ਫਰਮਾਉਂਦੇ ਹਨ, ਮਾਤਾ ਪੈਸਾ ਅਮੂਹਾ ਜਾਏ। ਇਹ ਮਨ ਦੀ ਹਾਲਤ ਐਸੀ ਹੈ, ਬੰਦਾ ਸੋਚਦਾ ਹੈ ਮਨ ਮੇਰੇ ਵੱਸ ਵਿੱਚ ਹੈ, ਪਰ ਜਿੱਥੇ ਵਿਸ਼ੇ ਵਿਕਾਰ ਇਹਨੂੰ ਦਿਖਦੇ ਨੇ ਉਧਰ ਇਹ ਮੂੰਹ ਮਾਰਨ ਨੂੰ ਜਾਂਦਾ ਹੈ। ਕਿਤੇ ਠੱਗੀ ਮਾਰ ਕੇ ਪੈਸੇ ਬਚਦੇ ਹੋਣ। ਇਹ ਸਾਧ ਸੰਗਤ ਜੀ ਜੇ ਮਨ ਵਿੱਚ ਵਸ ਵਿੱਚ ਹੋਵੇ ਤਾਂ ਬੰਦਾ ਰੋਕ ਲਵੇ। ਮਸਤ ਹੋਏ ਝੋਟੇ ਵਾਂਗੂ, ਜਿਸ ਤਰ੍ਹਾਂ ਝੋਟਾ ਕਾਬੂ ਵਿੱਚ ਨਹੀਂ ਆਉਂਦਾ। ਮਹਾਰਾਜ ਜੀ ਕਹਿੰਦੇ ਹਨ, ਤੇਰਾ ਮਨ ਦੀ ਹਾਲਤ ਐਸੀ ਹੈ। ਹਜੂਰ ਸਾਧ ਸੰਗਤ ਜੀ ਕਿਵੇਂ ਲਪਟੇ ਮਾਰ ਰਿਹਾ ਹੈ ਮਨ। ਹਜੂਰ ਗੁਰਬਾਣੀ ਵਿੱਚ ਪ੍ਰਮਾਣ ਦੇ ਕੇ ਦੱਸਦੇ ਹਨ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼। ਜਿਸ ਤਰ੍ਹਾਂ ਕਾਲ ਬੂਤ ਦੀ ਹਸਤਨੀ ਬਣਾਈ ਜਾਂਦੀ ਹੈ, ਸਾਧ ਸੰਗਤ ਜੀ ਐਡਾ ਵੱਡਾ ਹਾਥੀ ਹੁੰਦਾ ਹੈ। ਜਿਸ ਸਮੇਂ ਉਸ ਨੂੰ ਪਕੜਨਾ ਹੋਵੇ, ਇੱਕ ਟੋਇਆ ਖੱਟ ਕੇ ਧਰਤੀ ਤੇ ਉੱਪਰ ਕੱਖ ਪਾ ਕੇ ਉੱਪਰ ਸਾਧ ਸੰਗਤ ਜੀ ਇੱਕ ਕਾਲ ਬੂਤ ਦੀ ਭਾਵ ਨਕਲੀ ਹਸਤਨੀ ਵਰਗੀ ਬਣਾ ਕੇ, ਹੱਥਣੀ ਬਣਾ ਕੇ ਉਸ ਨੂੰ ਉਸ ਆਕਾਰ ਦੀ ਖੜਾ ਕੀਤਾ ਜਾਂਦਾ ਹੈ। ਜਿਸ ਸਮੇਂ ਸਾਧ ਸੰਗਤ ਜੀ ਹਜੂਰ ਪ੍ਰਮਾਣ ਦੇ ਕੇ ਦੱਸਦੇ ਹਨ, ਕਾਮ ਸੁਆਏ ਗਜ ਬਸ ਭਰੇ ਮਨ ਬੌਰਾ ਰੇ। ਮਹਾਰਾਜ ਜੀ ਕਹਿੰਦੇ ਹਨ, ਦੇਖ ਕਿੱਡਾ ਵੱਡਾ ਹਾਥੀ ਜਾਨਵਰ ਸੀ। ਉਸ ਦੇ ਵਿੱਚ ਸਾਧ ਸੰਗਤ ਜੀ ਸਪਰਸ਼ ਦਾ ਵਿਸ਼ਾ ਹੁੰਦਾ ਹੈ, ਛੂਹਣ ਦਾ। ਜਿਸ ਸਮੇਂ ਭੱਜਾ ਜਾਂਦਾ ਹੈ ਹਸਤਨੀ ਨੂੰ ਛੂਹਣ, ਜਿਸ ਸਮੇਂ ਸਾਧ ਸੰਗਤ ਜੀ ਉਸ ਦੇ ਪਾਸ ਜਾ ਕੇ ਕਾਮ ਵਿੱਚ ਲੀਨ ਹੋਇਆ ਹਾਥੀ ਜਾਂਦਾ ਹੈ, ਟੋਏ ਵਿੱਚ ਥੱਲੇ ਡਿੱਗ ਪੈਂਦਾ ਹੈ, ਕੁਝ ਹੱਥ ਨਹੀਂ ਆਉਂਦਾ। ਮਹਾਰਾਜ ਜੀ ਫਰਮਾਉਂਦੇ ਹਨ, ਕਾਮ ਸੁਆਏ ਗਜ ਬਸ ਪਰਿਓ। ਇੱਕ ਕਾਮ ਦੀ ਖਾਤਰ ਐਡਾ ਵੱਡਾ ਜਾਨਵਰ ਮੁਹਾਵਤਾਂ ਦੇ ਵਸ ਚੜ ਗਿਆ। ਮਨ ਬੌਰਾ ਰੇ ਅੰਕਸ ਸਹਿਓ ਸੀਸ। ਫਿਰ ਹਜੂਰ ਕਹਿੰਦੇ ਹਨ, ਸਰੀਰ ਦੇ ਵਿੱਚ ਜਿਸ ਤਰ੍ਹਾਂ ਸਾਧ ਸੰਗਤ ਜੀ ਉਹ ਫਿਰ ਹੌਲੀ ਹੌਲੀ ਹਾਥੀ ਨੂੰ ਕਾਬੂ ਕਰ ਲੈਂਦੇ ਹਨ।
ਥੋੜ੍ਹਾ ਭੋਜਨ ਪਾਉਂਦੇ ਹਨ ਤੇ ਸੀਸ ਦੇ ਉੱਪਰ ਫਿਰ ਉਸ ਨੂੰ ਉਹ ਲੋਹੇ ਦੀ ਜਿਹੜੀ ਰਾੜ ਅੰਕਸ ਹੁੰਦੀ ਹੈ ਉਹ ਸਹਿਣੀ ਪੈਂਦੀ ਹੈ, ਮੁਹਾਵਤਾਂ ਦੇ ਅਧੀਨ ਚੱਲਦਾ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਵਿਖੈ ਬਾਚ ਹਰ ਰਾਚ ਸਮਝ ਮਨ ਬੌਰਾ ਰੇ। ਦੇਖ ਐਡਾ ਹਾਥੀ ਸੀ, ਉਸ ਨੂੰ ਵੀ ਇਹਨਾਂ ਮੁਹਾਵਤਾਂ ਨੇ ਕੈਦ ਕਰ ਲਿਆ। ਹਾਥੀ ਦੀ ਨਿਆਈ ਬੰਦੇ ਦਾ ਜੋ ਮਨ ਹੈ ਬੜਾ ਬਲਵਾਨ ਹੈ, ਕਹਿੰਦਾ ਹੈ ਮੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ। ਪਰ ਕਿਹੜੇ ਸਮੇਂ ਸਾਧ ਸੰਗਤ ਜੀ ਵਿਸ਼ੇ ਬੰਦੇ ਨੂੰ ਭੋਗ ਜਾਂਦੇ ਹਨ, ਜਾਗਦਿਆਂ ਦੀ ਤਾਂ ਕੀ ਗੱਲ ਕਰਨੀ, ਪਤਾ ਹੀ ਨਹੀਂ ਲੱਗਦਾ। ਸੁਪਨੇ ਵਿੱਚ ਵੀ ਇਸ ਨੂੰ ਕੈਦ ਕਰ ਲੈਂਦੇ ਹਨ। ਹਜੂਰ ਕਹਿੰਦੇ ਹਨ, ਵਿਖੈ ਬਾਚ, ਇਹਨਾਂ ਵਿਸ਼ਿਆਂ ਤੋਂ ਤੂੰ ਬਚ। ਹਰ ਰਾਚ, ਹਰੀ ਦੇ ਵਿੱਚ ਤੂੰ ਰਚ ਜਾ। ਸਮਝ ਮਨ ਬੌਰਾ ਰੇ, ਹੇ ਮੇਰੇ ਬੌਰੇ ਹੋਏ ਮਨਾ, ਹਜੇ ਵੀ ਸਮਝ ਕਰ ਲਾ। ਨਿਰਭੈ ਹੋਏ ਨਾ ਹਰ ਭਜੈ ਮਨ ਬੌਰਾ ਰੇ, ਗਹਿਓ ਨਾ ਰਾਮ ਜਹਾਜ। ਤੂੰ ਨਿਰਭਉ ਹੋ ਜਾਣਾ ਸੀ ਜੇ ਤੂੰ ਉਸ ਨਿਰਭਉ ਨੂੰ ਜਪਦਾ, ਪਰ ਤੇਰੇ ਮਨ ਵਿੱਚ ਡਰ ਹੀ ਲੱਗਾ ਰਿਹਾ। ਜੇ ਮੈਂ ਬੰਦਗੀ ਕਰਨ ਲੱਗ ਗਿਆ ਕਿ ਮੇਰੇ ਮੁਖ ਵਿੱਚ ਗਰਾਹੀ ਵਾਹਿਗੁਰੂ ਜੀ ਪਾਉਣਗੇ। ਸਾਧ ਸੰਗਤ ਜੀ ਹਜੂਰ ਪ੍ਰਤੱਖ ਵੀ ਆ ਕੇ ਗਰਾਹੀ ਪਾ ਦਿੰਦੇ ਹਨ ਮੁਖ ਵਿੱਚ। ਹਜੂਰ ਕਹਿੰਦੇ ਹਨ, ਨਿਰਭਉ ਹੋਏ ਨਾ ਹਰ ਭਜੇ ਮਨ ਬੌਰਾ ਰੇ, ਹੇ ਮੇਰੇ ਬੌਰੇ ਹੋਏ ਮਨਾ, ਅਕਾਲ ਪੁਰਖ ਵਾਹਿਗੁਰੂ ਦੀ ਤੂੰ ਬੰਦਗੀ ਕਰਿਆ ਕਰ। ਫਿਰ ਸਾਧ ਸੰਗਤ ਜੀ ਹਜੂਰ ਦੂਸਰਾ ਪ੍ਰਮਾਣ ਦੇ ਕੇ ਦੱਸਦੇ ਹਨ ਕਿ ਮਨ ਕਿਸ ਤਰ੍ਹਾਂ ਕਹਾ ਮਨ ਵਿਖਿਆ ਸਿਉ ਲਪਟਾਈ, ਕਿਸ ਤਰ੍ਹਾਂ ਮਨ ਵਿਸ਼ਿਆਂ ਨਾਲ ਲਿਪਟਿਆ ਹੋਇਆ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ। ਜਿਸ ਤਰ੍ਹਾਂ ਬਾਂਦਰ ਹੁੰਦਾ ਹੈ, ਉਹ ਸਾਧ ਸੰਗਤ ਜੀ ਉਸ ਨੂੰ ਪਕੜਨ ਵਾਲੇ ਕੀ ਕਰਦੇ ਹਨ ਕਿ ਇੱਕ ਸਾਧ ਸੰਗਤ ਜੀ ਘੜਾ ਹੁੰਦਾ ਹੈ, ਉਸ ਦਾ ਛੋਟਾ ਜਿਹਾ ਮੂੰਹ ਹੁੰਦਾ ਹੈ, ਉਸ ਵਿੱਚ ਫੁੱਲੇ ਛੋਲੇ ਆਦਿਕ ਪਦਾਰਥ ਪਾ ਦਿੰਦੇ ਹਨ। ਉਸ ਘੜੇ ਨੂੰ ਕਿਤੇ ਦੂਰ ਬੰਨ੍ਹ ਦਿੰਦੇ ਹਨ। ਜਿਸ ਸਮੇਂ ਬਾਂਦਰ ਆਉਂਦਾ ਹੈ, ਸਿੱਧਾ ਹੱਥ ਤਾਂ ਘੜੇ ਵਿੱਚ ਪੈ ਜਾਂਦਾ ਹੈ, ਪਰ ਸਾਧ ਸੰਗਤ ਜੀ ਜਦੋਂ ਮੁੱਠੀ ਭਰ ਕੇ ਭੱਜਣ ਲੱਗਦਾ ਹੈ, ਮੁੱਠੀ ਮੀਟੀ ਹੋਈ ਹੱਥ ਘੜੇ ਵਿੱਚੋਂ ਫਿਰ ਬਾਹਰ ਨਹੀਂ ਆਉਂਦਾ। ਜੇ ਉਹ ਫੁੱਲੀਆਂ ਛੱਡ ਦੇ ਤਾਂ ਹੱਥ ਬਾਹਰ ਆ ਜਾਵੇ। ਉਹ ਹੱਥ ਮੁੱਠੀ ਵੀ ਨਹੀਂ ਛੱਡਦਾ ਤੇ ਭੱਜਣਾ ਵੀ ਚਾਹੁੰਦਾ ਹੈ। ਪਰ ਸਾਧ ਸੰਗਤ ਜੀ ਕੀ ਹੁੰਦਾ ਹੈ, ਇੰਨੇ ਚਿਰ ਨੂੰ ਉਹਨੂੰ ਫੜਨ ਵਾਲੇ ਸ਼ਿਕਾਰੀ ਆ ਕੇ ਫੜ ਲੈਂਦੇ ਹਨ। ਇਸੇ ਤਰ੍ਹਾਂ ਬੰਦੇ ਦੀ ਹਾਲਤ ਹੈ। ਹਜੂਰ ਫਰਮਾਉਂਦੇ ਹਨ, ਇਹ ਬੰਦਾ ਕੀ ਚਾਹੁੰਦਾ ਹੈ, ਪਦਾਰਥਾਂ ਨੂੰ ਇਸ ਨੇ ਲਪਟੇ ਮੁੱਠੀ ਮਾਰੀ ਹੋਈ ਹੈ। ਕਹਿੰਦਾ ਹੈ ਮੈਂ ਪਦਾਰਥ ਵੀ ਨਾਲ ਲੈ ਕੇ ਜਾਣੇ ਨੇ ਤੇ ਮੈਂ ਸਦਾ ਸੰਸਾਰ ਤੇ ਰਹਿਣਾ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਜੇ ਤਾਂ ਪਦਾਰਥ ਛੱਡ ਦਿੰਦਾ ਫਿਰ ਇਸ ਨਿਰਭਉ ਹੋਏ ਹਰੀ ਨੂੰ ਇਸ ਨੇ ਭਜਣਾ ਸੀ, ਪਰ ਲਪਟੇ ਤਾਂ ਪਦਾਰਥਾਂ ਨੂੰ ਮਾਰੇ ਹਨ। ਹਜੂਰ ਫਰਮਾਉਂਦੇ ਹਨ, ਛੂਟਨ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਹਰ। ਮਨ ਦੇ ਵਿੱਚ ਜਿਸ ਤਰ੍ਹਾਂ ਸਾਧ ਸੰਗਤ ਜੀ ਬਾਂਦਰ ਦੇ ਫਿਰ ਸਹਿਸਾ ਸਹਿਮ ਜਾਂਦਾ ਹੈ ਬਾਂਦਰ, ਇਸ ਨੂੰ ਡਰ ਲੱਗਦਾ ਹੈ ਕਿਤੇ ਮੈਨੂੰ ਆ ਕੇ ਨਾ ਪਕੜ ਲੈਣ, ਕਿਉਂਕਿ ਜਦੋਂ ਐਂਡਲੇ ਸਮੇਂ ਜਮਦੂਤ ਦਿਖਦੇ ਨੇ ਬਾਂਦਰ ਦੀ ਨਿਆਈ ਪਦਾਰਥਾਂ ਨੂੰ ਵੀ ਲਪਟੇ ਮਾਰਦਾ ਹੈ। ਫਿਰ ਸਾਧ ਸੰਗਤ ਜੀ ਕਿੰਨੀ ਜਾਇਦਾਦ ਬੰਦਾ ਲਕੋ ਲਕੋ ਕੇ ਰੱਖਦਾ ਹੈ। ਇਹ ਬਾਂਦਰ ਨੂੰ ਜਦੋਂ ਫੜ ਲੈਂਦੇ ਨੇ ਫਿਰ ਹਜੂਰ ਕਹਿੰਦੇ ਹਨ, ਨੱਕ ਵਿੱਚ ਨਕੇਲ ਪਾ ਕੇ ਨਾਚਿਓ ਘਰ ਘਰ ਬਾਹਰ। ਲੋਕਾਂ ਦੇ ਘਰਾਂ ਦੇ ਵਿੱਚ ਅੱਗੇ ਅੱਗੇ ਲਿਜਾ ਕੇ ਨਚਾਇਆ ਜਾਂਦਾ ਹੈ। ਇਸੇ ਤਰ੍ਹਾਂ ਜੀਵ ਨੂੰ 84 ਲੱਖ ਜੂਨਾਂ ਦੇ ਵਿੱਚ ਕੱਲੇ ਕੱਲੇ ਘਰ ਵਿੱਚ ਨੱਕ 'ਚ ਨਕੇਲ ਪਾ ਕੇ ਫਿਰ ਜਮਦੂਤ ਨਚਾਉਂਦੇ ਹਨ। ਮਹਾਰਾਜ ਜੀ ਫਰਮਾਉਂਦੇ ਹਨ, ਕਹਾ ਮਨ ਵਿਖਿਆ ਸਿਉ ਲਪਟਾਹੀ। ਹਜੂਰ ਕਹਿੰਦੇ ਹਨ, ਕਿੱਥੇ ਤੂੰ ਵਿਸ਼ਿਆਂ ਵਿੱਚ ਲਪਟਿਆ ਫਿਰਦਾ ਹੈ। ਫਿਰ ਤੀਸਰਾ ਪ੍ਰਮਾਣ ਹਜੂਰ ਦਿੰਦੇ ਹਨ, ਜਿਉ ਨਲਨੀ ਸੁਹਟਾ ਗਹਿਓ ਮਨ ਬੌਰਾ ਰੇ, ਮਾਇਆ ਇਹੋ ਵਿਵਹਾਰ। ਇਸ ਸੰਸਾਰ ਦੀ ਜਿਸ ਤਰ੍ਹਾਂ ਤੋਤੇ ਦਾ ਪ੍ਰਮਾਣ ਦਿੰਦੇ ਹਨ, ਜੋ ਸਾਧ ਸੰਗਤ ਜੀ ਤੋਤੇ ਨੂੰ ਪਕੜਨ ਵਾਲੇ ਹੁੰਦੇ ਹਨ, ਇੱਕ ਨਲਨੀ ਦੇ ਥੱਲੇ ਜੋ ਪਾਣੀ ਦਾ ਭਾਵ ਜਲ ਭਰ ਕੇ ਰੱਖ ਦਿੰਦੇ ਹਨ। ਜਦੋਂ ਤੋਤਾ ਉੱਪਰ ਆ ਕੇ ਬੈਠਦਾ ਹੈ ਉਹ ਨਲਨੀ ਪੁੱਠੀ ਹੋ ਜਾਂਦੀ ਹੈ, ਤੋਤਾ ਸਾਧ ਸੰਗਤ ਜੀ ਪਲਟ ਜਾਂਦਾ ਹੈ। ਥੱਲੇ ਜਿਹੜਾ ਥੋੜਾ ਜਿਹਾ ਤਾਂਗੇ 'ਚ ਪਾਣੀ ਪਿਆ ਹੁੰਦਾ ਹੈ, ਤੋਤੇ ਨੂੰ ਦੇਖ ਕੇ ਲੱਗਦਾ ਹੈ ਜੇ ਮੈਂ ਹੱਥ ਛੱਡੇ ਤਾਂ ਮੈਂ ਇਹਦੇ ਵਿੱਚ ਡੁੱਬ ਜਾਵਾਂਗਾ, ਪਤਾ ਨਹੀਂ ਕਿੰਨਾ ਕੁ ਵੱਡਾ ਸਮੁੰਦਰ ਹੈ। ਉਹ ਛੱਡਦਾ ਹੀ ਨਹੀਂ, ਪਰ ਜੇ ਹੱਥ ਛੱਡ ਦੇ ਸ਼ਾਇਦ ਉਹ ਬਚ ਜਾਵੇ, ਫਿਰ ਉੱਡ ਜਾਵੇ। ਇਸੇ ਤਰ੍ਹਾਂ ਜੀਵ ਦੀ ਹਾਲਤ ਹਜੂਰ ਦੱਸਦੇ ਹਨ। ਇਸ ਮਾਇਆ ਨੂੰ ਇੰਨਾ ਘੁੱਟ ਕੇ ਪਕੜ ਲਿਆ ਹੈ ਇਸ ਜੀਵ ਨੇ,
ਭਾਵ ਇਸ ਨੂੰ ਐ ਲੱਗਦਾ ਹੈ ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਸੰਸਾਰ ਦੇ ਵਿੱਚ ਛੋਟੇ ਹੁੰਦਿਆਂ ਤੋਂ ਹੀ ਇਹ ਸਿੱਖਿਆ ਦਿੱਤੀ ਜਾਂਦੀ ਹੈ, ਜਿੰਦੇ ਕੋਲ ਮਾਇਆ ਜ਼ਿਆਦੀ ਹੁੰਦੀ ਹੈ ਪੁੱਤਰ, ਉਹ ਸੰਸਾਰ ਵਿੱਚ ਸਫਲ ਹੁੰਦਾ ਹੈ। ਪਰ ਮਹਾਰਾਜ ਜੀ ਕਹਿੰਦੇ ਹਨ, ਜਿਹੇ ਸਤਿਗੁਰ ਸੋ ਪ੍ਰਸੰਨ, ਸ਼ਬਦ ਲਗ ਭਵਜਲ ਤਾਰੇ। ਜਿਨ੍ਹਾਂ ਤੇ ਮਹਾਰਾਜ ਜੀਆਂ ਦੀ ਕਿਰਪਾ ਹੁੰਦੀ ਹੈ। ਜੇ ਪੁੱਛੀਏ ਜੇ ਧਨ ਬਹੁਤਾ ਹੋਵੇ, ਕਹਿੰਦੇ ਹਨ ਮਹਾਰਾਜ ਜੀਆਂ ਦੀ ਬੜੀ ਕਿਰਪਾ ਹੈ। ਪਰ ਮਹਾਰਾਜ ਜੀ ਕਹਿੰਦੇ ਹਨ, ਜਿਨ੍ਹਾਂ ਤੇ ਹਜੂਰ ਦੀ ਕਿਰਪਾ ਹੁੰਦੀ ਹੈ, ਸ਼ਬਦ ਲਗ ਭਵਜਲ ਤਾਰੇ। ਮਹਾਰਾਜ ਜੀ ਉਹਨਾਂ ਨੂੰ ਸਤ ਸੰਗਤ ਦੀਆਂ ਘੜੀਆਂ ਬਖਸ਼ਦੇ ਹਨ, ਸ਼ਬਦ ਨਾਲ ਲਾ ਕੇ ਇਸ ਸੰਸਾਰ ਤੋਂ ਪਾਰ ਉਤਾਰ ਦਿੰਦੇ ਹਨ। ਫਿਰ ਸਾਧ ਸੰਗਤ ਜੀਓ, ਤੋਤੇ ਦੀ ਨਿਆਈ ਜਦੋਂ ਹੱਥ ਨਹੀਂ ਛੱਡਦਾ, ਸ਼ਿਕਾਰੀ ਆ ਕੇ ਪਕੜ ਕੇ ਪਿੰਜਰੇ 'ਚ ਪਾ ਲੈਂਦੇ ਹਨ ਤੇ ਆਪਣੀ ਭਾਸ਼ਾ ਬੁਲਵਾਉਂਦੇ ਹਨ। ਇਸੇ ਤਰ੍ਹਾਂ ਮਹਾਰਾਜ ਜੀ ਫਰਮਾਉਂਦੇ ਹਨ, ਤੋਤੇ ਦੀ ਨਿਆਈ ਜੈਸੇ ਰੰਗ ਕਸੁੰਭ ਕਾ ਮਨ ਬੌਰਾ ਰੇ, ਤਿਉਂ ਪਸਰਿਓ ਪਾਸਾਰ। ਇਹ ਸੰਸਾਰ ਦਾ ਰੰਗ ਤਮਾਸ਼ੇ ਜਿਨ੍ਹਾਂ ਵਿੱਚ ਤੂੰ ਬੜੀਆਂ ਖਲਬਲੀਆਂ ਮਾਰਦਾ ਹੈ, ਮੈਨੂੰ ਕੌਣ ਦੇਖਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਕੱਚਾ ਰੰਗ ਹੈ, ਉਤਰ ਜਾਂਦਾ ਹੈ ਗੁਰਸਿੱਖਾ। ਨਾਵਣ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ, ਕਬੀਰ ਛੂਟਨ ਨਹੀਂ ਮਨ ਬੌਰਾ ਰੇ। ਛੂਟਨ ਹਰ ਕੀ ਸੇਵ। ਇੱਕ ਮਹਾਰਾਜ ਜੀਆਂ ਦੀ ਸੇਵਾ ਦੇ ਪਰਾਇਣ ਹੋ ਜਾ। ਹਜੂਰ ਪ੍ਰਮਾਣ ਦੇ ਕੇ ਦੱਸਦੇ ਹਨ, ਕਹਾ ਮਨ ਵਿਖਿਆ ਸਿਉ ਲਪਟਾਈ, ਦੇਖ ਤੂੰ ਕਿੱਥੇ ਲਪਟੇ ਮਾਰ ਰਿਹਾ ਹੈ। ਜਾ ਜਗ ਮੈਂ ਕੋ ਰਖਣ ਨ ਪਾਵੈ। ਮਹਾਰਾਜ ਜੀ ਫਰਮਾਉਂਦੇ ਹਨ, ਯਾ ਜਗ ਮੈਂ ਕੋ ਰਹਿਣ ਨਾ ਪਾਵੈ। ਹਜੂਰ ਕਹਿੰਦੇ ਹਨ, ਦੇਖ ਇਸ ਸੰਸਾਰ ਦੇ ਵਿੱਚ ਕੋਈ ਰਹਿਣ ਨਹੀਂ ਪਾਇਆ। ਇਹ ਮਾਇਆ ਸਾਧ ਸੰਗਤ ਜੀ, ਭਗਤ ਕਬੀਰ ਜੀਆਂ ਦਾ ਜ਼ਿਕਰ ਆਉਂਦਾ ਹੈ। ਸਤ ਸੰਗ ਕਰ ਰਹੇ ਸੀ, ਉੱਥੇ ਇੱਕ ਸਪਣੀ ਆ ਜਾਂਦੀ ਹੈ। ਜਿਸ ਸਮੇਂ ਸਾਧ ਸੰਗਤ ਦੀ ਸਭ ਢੋਲਕੀਆਂ ਛੈਣੇ ਛੱਡ ਕੇ ਭੱਜ ਜਾਂਦੇ ਹਨ। ਕਬੀਰ ਜੀ ਮੁਸਕਰਾ ਕੇ ਦੱਸਦੇ ਹਨ ਕਿ ਅਸਲੀ ਸਪਣੀ ਕਿਹੜੀ ਹੈ, ਸਰਪਣੀ ਤੇ ਉੱਪਰ ਨਹੀਂ ਬਲੀਆ। ਮਹਾਰਾਜ ਜੀ ਫਰਮਾਉਂਦੇ ਹਨ, ਇਹ ਜੋ ਮਾਇਆ ਸਪਣੀ ਹੈ, ਇਸ ਤੋਂ ਉੱਤੇ ਤਾਂ ਕੋਈ ਵੀ ਬਲ ਵਾਲਾ ਨਹੀਂ ਹੈਗਾ। ਹੁੰਦੀ ਹੋਈ ਸਤ ਸੰਗਤ ਇਸ ਨੇ ਭਜਾ ਦਿੱਤੀ ਹੈ। ਜਿਨ ਬ੍ਰਹਮਾ ਬਿਸ਼ਨ ਮਹਾਦੇਵ ਛਲਿਆ। ਇਸ ਮਾਇਆ ਨੇ ਤਾਂ ਬ੍ਰਹਮਾ ਕੀ, ਵਿਸ਼ਨੂੰ ਕੀ, ਜਿਹਨੂੰ ਮਹਾਦੇਵ ਸਾਧ ਸੰਗਤ ਜੀ ਸ਼ਿਵ ਜੀ ਕਹਿੰਦੇ ਹਨ, ਸਭ ਨੂੰ ਇਸ ਮਾਇਆ ਨੇ ਛਲ ਲਿਆ ਹੈ। ਇਕ ਆਵਹਿ ਇਕ ਜਾਹੀ। ਮਹਾਰਾਜ ਜੀ ਫਰਮਾਉਂਦੇ ਹਨ, ਇਸ ਸੰਸਾਰ ਤੇ ਕੋਈ ਰਹਿਣ ਨਹੀਂ ਪਾਇਆ। ਜਿਸ ਤਰ੍ਹਾਂ ਹਜੂਰ ਸਾਧ ਸੰਗਤ ਜੀ ਫਰਮਾਉਂਦੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਦਿਲ ਵਿੱਚ ਹਰ ਰੋਜ਼ ਖੋਜ ਕਰਿਆ ਕਰ। ਕੀ ਮਹਾਰਾਜ ਜੀ ਕੀ ਖੋਜ ਕਰਿਆ ਕਰੀਏ? ਹਜੂਰ ਕਹਿੰਦੇ ਹਨ, ਦੇਖ ਜਿਹੜੇ ਤੇਰੇ ਨਾਲ ਕਦੇ ਪੜ੍ਹਿਆ ਕਰਦੇ ਸੀ, ਤੇਰੇ ਨਾਲ ਜਵਾਨ ਹੋਏ ਸੀ, ਤੇਰੇ ਨਾਲ ਫਿਰ ਉਹਨਾਂ ਦੇ ਇਕੱਠੇ ਤੁਸੀਂ ਕਹਿੰਦੇ ਸੀ ਬੜੇ ਮਿੱਤਰ ਨੇ। ਦੇਖ ਅੱਜ ਸੰਸਾਰ ਤੇ ਆਪਣੇ ਆਂਢ ਗਵਾਂਢ ਨਿਗਾਹ ਮਾਰ ਕੇ ਉਂਗਲਾਂ ਤੇ ਗਿਣੇਗਾ, ਉਂਗਲਾਂ ਥੋੜੀਆਂ ਪੈ ਜਾਣਗੀਆਂ, ਸਭ ਛੱਡ ਕੇ ਜਾ ਰਹੇ ਨੇ। ਮਹਾਰਾਜ ਜੀ ਕਹਿੰਦੇ ਹਨ, ਦਿਲ ਵਿੱਚ ਝਾਤੀ ਮਾਰਿਆ ਕਰ। ਤੂੰ ਝਾਤੀ ਮਾਰਨਾ ਹੀ ਨਹੀਂ ਚਾਹੁੰਦਾ। ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੇ। ਮਹਾਰਾਜ ਜੀ ਫਰਮਾਉਂਦੇ ਹਨ, ਇਹ ਦੁਨੀਆ ਇੱਕ ਮੇਲੇ ਦੀ ਨਿਆਈ ਹੈ। ਸਦਾ ਇਸ ਸੰਸਾਰ ਤੇ ਕੋਈ ਰਹਿਣ ਨਹੀਂ ਪਾਇਆ। ਕਿਸੇ ਨੇ ਵੀ ਪੱਕੇ ਇੱਥੇ ਟਿਕਾਣੇ ਨਹੀਂ ਬਣਾਏ। ਉਂਗਲਾਂ ਤੇ ਗਿਣ, ਉਂਗਲਾਂ ਥੋੜੀਆਂ ਪੈਣਗੀਆਂ। ਆਪਣੇ ਮਨ ਦੇ ਵਿੱਚ ਬੰਦੇ ਖੋਜ ਦਿਲ ਹਰ ਰੋਜ਼। ਮਹਾਰਾਜ ਜੀ ਫਰਮਾਉਂਦੇ ਹਨ, ਹਰ ਰੋਜ਼ ਖੋਜਿਆ ਕਰ। ਜਿਸ ਤਰ੍ਹਾਂ ਸਾਧ ਸੰਗਤ ਜੀ ਧਰਮਵੀਰ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਸ ਸਮੇਂ ਸਾਧ ਸੰਗਤ ਜੀ ਐਸਾ ਮਹਾਰਾਜ ਜੀਆਂ ਦਾ ਤੇਜ ਪ੍ਰਤਾਪ ਸੀ, ਰੂਹਾਨੀ ਸੋਭਾ ਸੀ ਮਹਾਰਾਜ ਜੀਆਂ ਦਾ। ਸਰੀਰ ਦਾ ਜਿੰਨਾ ਡੀਲ ਡੌਲ ਸੀ, ਇਤਿਹਾਸ ਵਿੱਚ ਕਿਤੇ ਨਹੀਂ ਦੇਖਣ ਨੂੰ ਮਿਲਦਾ। ਜਿਸ ਸਮੇਂ ਜਹਾਂਗੀਰ ਦੀਆਂ ਬੇਗਮਾਂ ਵੀ ਦੇਖ ਕੇ ਹਜੂਰ ਨੂੰ ਸਾਧ ਸੰਗਤ ਜੀ ਹੈਰਾਨ ਹੁੰਦੀਆਂ ਸਨ। ਜਹਾਂਗੀਰ ਨੇ ਪੁੱਛਿਆ ਸੀ, ਮਹਾਰਾਜ ਜੀ ਐਡਾ ਆਪ ਜੀਆਂ ਦਾ ਸੁੰਦਰ ਤੇਜ ਪ੍ਰਤਾਪ ਵਾਲਾ ਰੂਹਾਨੀ ਸੋਭਾ ਹੈ, ਮਹਾਰਾਜ ਜੀ ਆਪ ਜੀਆਂ ਨੂੰ ਵਿਸ਼ੇ ਤੰਗ ਨਹੀਂ ਕਰਦੇ? ਉਸ ਸਮੇਂ ਹਜੂਰ ਨੇ ਦਿਖਾਇਆ ਸੀ ਜਹਾਂਗੀਰ ਨੂੰ। ਮਹਾਰਾਜ ਜੀਆਂ ਨੇ ਆਖਿਆ ਸੀ, ਜਹਾਂਗੀਰ ਤੇਰੀ ਤਾਂ 7 ਦਿਨਾਂ ਵਿੱਚ ਮੌਤ ਹੋ ਜਾਣੀ ਹੈ। ਜਹਾਂਗੀਰ ਨੇ ਮਨ ਵਿੱਚ ਧਾਰ ਲਿਆ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਮੁਖ ਤੋਂ ਕਹੇ ਹੋਏ ਬਚਨ ਕਦੇ ਨਿਸਫਲ ਨਹੀਂ ਜਾਂਦੇ। ਜਿਸ ਤਰ੍ਹਾਂ ਤੀਰ ਕਮਾਨ ਵਿੱਚੋਂ ਨਿਕਲ ਜੇ
ਫਿਰ ਵਾਪਸ ਨਹੀਂ ਆਉਂਦਾ। ਇਸ ਤਰ੍ਹਾਂ ਜਹਾਂਗੀਰ ਨੇ ਦੇਖਿਆ ਸਾਧ ਸੰਗਤ ਜੀ, ਉਹ 7 ਦਿਨ ਫਿਰ ਹੌਲੀ ਹੌਲੀ ਮਨ ਵਿੱਚ ਉਸ ਦੇ ਡਰ ਲੱਗਦਾ ਗਿਆ। ਦਿਨੋਂ ਦਿਨ ਉਹ ਆਪਣੀ ਬੰਦਗੀ ਇਬਾਦਤ ਵਿੱਚ ਜੁੜ ਗਿਆ। ਵਿਸ਼ੇ ਉਹਨੂੰ ਚੰਗੇ ਨਾ ਲੱਗੇ ਬੇਗਮਾਂ ਦੇ। ਫਿਰ ਜਦੋਂ 7 ਦਿਨ ਲੰਘੇ, ਮਹਾਰਾਜ ਜੀਆਂ ਪਾਸ ਆਇਆ। ਕਹਿੰਦਾ ਹੈ ਮਹਾਰਾਜ ਜੀ 7 ਦਿਨਾਂ ਦੇ ਵਿੱਚ ਮਹਾਰਾਜ ਜੀਆਂ ਨੂੰ ਕਹਿੰਦਾ ਹੈ, ਮਹਾਰਾਜ ਜੀ 7 ਦਿਨ ਲੰਘ ਗਏ ਹਨ, ਮੇਰੀ ਮੌਤ ਨਹੀਂ ਆਈ। ਹਜੂਰ ਕਹਿੰਦੇ ਹਨ ਕਿ ਸਭ ਸੰਸਾਰ ਦੀ ਮੌਤ 7 ਦਿਨਾਂ ਦੇ ਵਿੱਚ ਹੀ ਹੁੰਦੀ ਹੈ, 8ਵਾਂ ਦਿਨ ਤਾਂ ਬਣਾਇਆ ਹੀ ਨਹੀਂ। ਜਹਾਂਗੀਰ ਦੇਖ ਆਪਣੇ ਮਨ ਵਿੱਚ ਝਾਤੀ ਮਾਰ ਕੇ, ਉਹਨਾਂ 7 ਦਿਨਾਂ ਵਿੱਚ ਤੈਨੂੰ ਵਿਸ਼ੇ ਤੰਗ ਕੀਤੇ ਨੇ? ਨਹੀਂ ਮਹਾਰਾਜ ਜੀ, ਮੈਨੂੰ ਤਾਂ ਖਾਣ ਪੀਣ ਦਾ ਵੀ ਸਵਾਦ ਨਹੀਂ ਲੱਗਾ। ਹਜੂਰ ਨੇ ਦਿਖਾਇਆ ਸੀ ਕਿ ਸਾਨੂੰ ਹਰ ਸਮੇਂ ਉਹ ਚੀਜ਼ ਯਾਦ ਰਹਿੰਦੀ ਹੈ ਜਿਹੜੀ ਮੌਤ ਨੂੰ ਸੰਸਾਰ ਡਰਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਦਿਲ ਵਿੱਚ ਝਾਤੀ ਮਾਰਿਆ ਕਰ। ਹਜੂਰ ਕੀ ਝਾਤੀ ਮਾਰਿਆ ਕਰੀਏ? ਯਾ ਜਗ ਮੈਂ ਕੋ ਰਹਿਣ ਨਾ ਪਾਵੈ, ਇੱਕ ਆਵਹਿ ਇੱਕ ਜਾਹੀ। ਹਜੂਰ ਕਹਿੰਦੇ ਹਨ, ਇੱਕ ਆਉਂਦਾ ਹੈ, ਇੱਕ ਚਲੇ ਜਾਂਦਾ ਹੈ। ਹਜੂਰ ਕਹਿੰਦੇ ਹਨ, ਕੋਈ ਰਹਿਣ ਨਹੀਂ ਪਾਉਂਦਾ, ਇੱਕ ਆਵੈ ਇਕ ਆਵਹਿ ਇਕ ਜਾਹੀ। ਜਿਸ ਤਰੀ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਦਿਸੈ ਸੁਣਿਆ ਜਾਣੀਐ ਸਾਉ ਨਾ ਪਾਇਆ ਜਾਏ। ਜਿਸ ਤਰ੍ਹਾਂ ਸਾਧ ਸੰਗਤ ਜੀ, ਜੋ ਪ੍ਰੇਮ ਵਾਲੇ ਗੁਰਸਿੱਖ ਹਨ, ਉਹਨਾਂ ਨੂੰ ਤਾਂ ਵਾਹਿਗੁਰੂ ਜੀ ਪ੍ਰਤੱਖ ਦਿਸਦੇ ਹਨ। ਪ੍ਰਤੱਖ ਹੋ ਇਹਨਾਂ ਕੰਨਾਂ ਕਰਕੇ ਸੁਣਦੇ ਹਨ। ਪਰ ਜੋ ਸਾਧ ਸੰਗਤ ਜੀ, ਜਿਨ੍ਹਾਂ ਨੇ ਆਪਣੇ ਮਨ ਦੇ ਪਿੱਛੇ ਲੱਗ ਕੇ ਮਨਮੁਖ ਬਣੇ ਹਨ, ਮਹਾਰਾਜ ਜੀ ਫਰਮਾਉਂਦੇ ਹਨ, ਸਾਉ ਨਾ ਪਾਇਆ ਜਾਏ। ਉਹਨਾਂ ਨੂੰ ਵਾਹਿਗੁਰੂ ਦਾ ਸਵਾਦ ਨਹੀਂ ਮਿਲਦਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਸਭ ਦੇਖਦੇ ਹਨ, ਸਭ ਸੰਸਾਰ ਨਾਸ਼ਵੰਤ ਹੋ ਰਿਹਾ ਹੈ, ਸਭ ਚੀਜ਼ਾਂ ਘਟ ਰਹੀਆਂ ਹਨ। ਕੰਨਾਂ ਕਰਕੇ ਵੀ ਸੁਣਦਾ ਹੈ। ਅੱਜ ਆ ਵੀ ਚੜ੍ਹਾਈ ਕਰ ਗਿਆ, ਖਬਰ ਆਈ ਸੀ ਸਵੇਰੇ ਸਵੇਰੇ। ਸਭ ਨਾਸ਼ਵੰਤ ਹੋ ਰਹੇ ਹਨ ਸਰੀਰ, ਪਰ ਸਾਉ ਨਾ ਪਾਇਆ ਜਾਏ। ਪਰ ਸਾਧ ਸੰਗਤ ਜੀ, ਇਹ ਮਨ ਜਾਣਨਾ ਹੀ ਨਹੀਂ ਚਾਹੁੰਦਾ। ਰੋਹਲਾ ਟੁੰਡਾ ਅੰਧੁਲਾ ਕਿਉਂ ਗੱਲ ਲੱਗੈ ਧਾਏ। ਮਹਾਰਾਜ ਜੀ ਕਹਿੰਦੇ ਹਨ, ਇਹ ਜੀਵ ਪਿੰਗਲਾ ਹੋ ਚੁੱਕਾ ਹੈ, ਫਿਰ ਟੁੰਡਾ ਹੋ ਚੁੱਕਾ ਹੈ, ਅੰਨਾ ਹੋ ਚੁੱਕਿਆ ਹੈ। ਕਿਵੇਂ ਵਾਹਿਗੁਰੂ ਦੇ ਗਾਲ ਆ ਕੇ ਲੱਗੇ। ਸਾਧ ਸੰਗਤ ਜੀ, ਇਸ ਦੇ ਜੋ ਪੈਰ ਹਨ ਉਹ ਪਿੰਗਲੇ ਹੋ ਚੁੱਕੇ ਹਨ, ਸਾਧਨਾ ਰੂਪੀ ਪਿੰਗਲੇ। ਕਿਉਂਕਿ ਮਹਾਰਾਜ ਜੀਆਂ ਦੀ ਦਸੀ ਹੋਈ ਰਹਿਤ ਇਸ ਤੋਂ ਸਾਧ ਸੰਗਤ ਜੀ ਚੱਲਿਆ ਨਹੀਂ ਜਾਂਦਾ। ਫਿਰ ਜੋ ਹੱਥ ਨੇ ਉਹ ਟੁੰਡੇ ਹੋ ਚੁੱਕੇ ਹਨ। ਸ਼ਰਧਾ ਨਹੀਂ ਹੈਗੀ ਹੱਥਾਂ ਵਿੱਚ, ਸ਼ਰਧਾ ਕਰਕੇ ਸੇਵਾ ਨਹੀਂ ਕਰਦਾ। ਫਿਰ ਨੇਤਰਾਂ ਕਰਕੇ ਅੰਨਾ ਹੈ, ਵਿਵੇਕ ਤੇ ਵਿਰਾਗ ਦੇ ਇਸ ਦੇ ਪਾਸ ਨੇਤਰ ਨਹੀਂ ਹੈਗੇ। ਹਜੂਰ ਕਹਿੰਦੇ ਹਨ, ਐਵੇਂ ਕਿਵੇਂ ਮਿਲਾਵਾ ਹੋਵੇਗਾ। ਜਿਸ ਸਮੇਂ ਹਜੂਰ ਨੂੰ ਪੁੱਛਿਆ ਸੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ, ਹਜੂਰ ਫਿਰ ਕਿਵੇਂ ਮਿਲਾਵਾ ਹੋਵੇਗਾ। ਹਜੂਰ ਨੇ ਫਰਮਾਇਆ ਸੀ, ਭੈ ਕੇ ਚਰਨ ਕਰ ਭਾਵ ਕੇ। ਮਹਾਰਾਜ ਜੀ ਫਰਮਾਉਂਦੇ ਹਨ ਕਿ ਆਪਣੇ ਚਰਨ ਭੈ ਦੇ ਕਰ ਲਾ। ਮਾੜੀਆਂ ਜਗ੍ਹਾ ਤੋਂ ਜਾਣ ਨੂੰ ਇਹਨਾਂ ਚਰਨਾਂ ਨੂੰ ਰੋਕਿਆ ਕਰ। ਪਰ ਸਾਧ ਸੰਗਤ ਜੀ, ਕਰ ਭਾਵ ਕੇ ਆਪਣੇ ਹੱਥ ਪ੍ਰੇਮ ਦੇ ਕਰ ਲਾ। ਪ੍ਰੇਮ ਨਾਲ ਗੁਰਸਿੱਖਾਂ ਦੀ ਸੇਵਾ ਕਰਿਆ ਕਰ। ਲੋਇਣ ਸੁਰਤ ਕਰੇ, ਆਪਣੇ ਨੇਤਰਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੁਰਤੀ ਕਰਕੇ ਹਮੇਸ਼ਾ ਯਾਦ ਰੱਖਿਆ ਕਰ। ਜਿਸ ਸਮੇਂ ਭਾਈ ਨੰਦ ਲਾਲ ਜੀਆਂ ਨੂੰ ਬਾਜਾਂ ਵਾਲੇ ਪਿਤਾ ਜੀ ਪੁੱਛਦੇ ਹਨ, ਹਜੂਰ ਫਰਮਾਉਂਦੇ ਹਨ ਕਿ ਨੰਦ ਲਾਲ ਜੀ, ਤੁਹਾਡੇ ਮਨ ਵਿੱਚ ਕੋਈ ਐਸੀ ਚੀਜ਼ ਹੋਵੇ ਜਿਸ ਦਾ ਆਪ ਨੂੰ ਸਦਾ ਪਛਤਾਵਾ ਲੱਗਾ ਰਹੇ। ਮਹਾਰਾਜ ਜੀ ਕਹਿੰਦੇ ਹਨ, ਜਿਹੜੀ ਚੀਜ਼ ਕੋਈ ਐਸਾ ਕਰਮ ਹੁੰਦਾ ਹੋਵੇ ਜਿਸ ਕਰਮ ਕਰਕੇ ਤੁਹਾਡਾ ਮਨ ਸਦਾ ਪਛਤਾਵੇ ਦੇ ਸਹਿਤ ਹੋਵੇ। ਭਾਈ ਨੰਦ ਲਾਲ ਜੀ ਕਹਿੰਦੇ ਹਨ, ਮਹਾਰਾਜ ਜੀ ਐਸੀ ਗਲਤੀ ਮੈਂ ਹਰ ਰੋਜ਼ ਕਰਦਾ ਹਾਂ। ਮਹਾਰਾਜ ਜੀ ਅੰਮ੍ਰਿਤ ਵੇਲੇ ਹੀ ਹੋ ਜਾਂਦੀ ਹੈ, ਫਿਰ ਸਾਰਾ ਦਿਨ ਮਹਾਰਾਜ ਜੀ ਮੇਰੇ ਮਨ ਵਿੱਚ ਪਛਤਾਵਾ ਲੱਗਾ ਰਹਿੰਦਾ ਹੈ। ਹਜੂਰ ਦੇ ਨਾਲ ਪਾਸ ਖੜੇ ਗੁਰਸਿੱਖ ਪੁੱਛਦੇ ਹਨ ਕਿ ਭਾਈ ਨੰਦ ਲਾਲ ਜੀ ਬ੍ਰਹਮ ਗਿਆਨੀ ਇਹ ਕੈਸੀ ਗਲਤੀ ਕਰਦੇ ਹਨ। ਭਾਈ ਨੰਦ ਲਾਲ ਜੀ ਸਾਧ ਸੰਗਤ ਜੀ ਆਪਣੀਆਂ ਗਜ਼ਲਾਂ ਵਿੱਚ ਫਰਮਾਉਂਦੇ ਹਨ, ਕਹਿੰਦੇ ਹਨ, ਮਹਾਰਾਜ ਜੀ ਅੰਮ੍ਰਿਤ ਵੇਲੇ ਹੀ ਕੁਝ ਕੁ ਮਿੰਟਾਂ ਵਾਸਤੇ ਮਹਾਰਾਜ ਜੀ ਜਿਸ ਸਮੇਂ ਆਪ ਜੀਆਂ ਦੀ ਯਾਦ ਮੇਰੇ ਮਨ ਵਿੱਚੋਂ ਵਿਸਰਦੀ ਹੈ,
ਹਜੂਰ ਉਸ ਗੱਲ ਦਾ ਝੋਰਾ ਲੱਗਾ ਰਹਿੰਦਾ ਹੈ। ਮਹਾਰਾਜ ਜੀ ਸਾਰਾ ਦਿਨ ਉਸ ਪਛਤਾਵੇ ਵਿੱਚ ਗੁਜ਼ਰਦਾ ਹੈ। ਮਣਾ ਸੰਸਾਰੀ ਕੰਮਾਂ ਵਾਸਤੇ ਹਜੂਰ ਨੂੰ ਵਿਸਾਰ ਛੱਡਿਆ ਹੀ। ਹਜੂਰ ਕਹਿੰਦੇ ਹਨ ਇੱਥੇ ਸਾਧ ਸੰਗਤ ਜੀ, ਲੋਇਣ ਸੁਰਤ ਕਰੇ ਨੇਤਰਾਂ ਵਿੱਚ ਬਾਜਾਂ ਵਾਲੇ ਪਿਤਾ ਦਾ ਤੂੰ ਵਾਸ ਕਰ ਲਾ। ਨਾਨਕ ਕਹੈ ਸਿਆਣੀਐ ਇਵ ਕੰਤ ਮਿਲਾਵਾ ਹੋਏ। ਮਹਾਰਾਜ ਜੀ ਕਹਿੰਦੇ ਹਨ ਇਸ ਤਰੀਕੇ ਨਾਲ ਫਿਰ ਕੰਤ ਦੇ ਨਾਲ ਮਿਲਾਵਾ ਹੋ ਜਾਂਦਾ ਹੈ। ਜਿਹੜੀਆਂ ਸਾਧ ਸੰਗਤ ਜੀ ਇਸਤਰੀਆਂ ਜਿਨ੍ਹਾਂ ਦਾ ਵਿਆਹ ਹੋਇਆ ਹੋਵੇ, ਚੰਗੇ ਗੁਣ ਹੋਣ, ਉਹਨੂੰ ਸਾਧ ਸੰਗਤ ਜੀ ਪਤੀ ਦੀ ਵੀ ਖੁਸ਼ੀ ਮਿਲਦੀ ਹੈ। ਪਰ ਸਾਧ ਸੰਗਤ ਜੀ ਜਿਨ੍ਹਾਂ ਨੇ ਕੋਈ ਗੁਣ ਨਹੀਂ ਕਮਾਏ, ਅੱਗੋਂ ਭੈੜਾ ਬੋਲਦੀਆਂ ਹਨ, ਉਹਨਾਂ ਨੂੰ ਪਤੀ ਛੱਡ ਦਿਆ ਕਰਦੇ ਹਨ, ਛੁੱਟੜ ਕਿਹਾ ਜਾਂਦਾ ਹੈ। ਵਿਆਹੀ ਹੋਈ ਇਸਤਰੀ ਦੀ ਨਿਆਈ ਭਾਵ ਹਜੂਰ ਦਾ ਅੰਮ੍ਰਿਤ ਵੀ ਛਕਿਆ ਹੈ, ਪਰ ਫਿਰ ਵੀ ਸਾਧ ਸੰਗਤ ਜੀ ਜੇ ਨਿਤਨੇਮ ਹੀ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਇਹ ਸ਼ੁਭ ਗੁਣ ਧਾਰਨੇ ਸੀ, ਇਹ ਸਾਧ ਸੰਗਤ ਜੀ ਅੰਮ੍ਰਿਤ ਛਕ ਕੇ ਵੀ ਹਜੂਰ ਨੇ ਛੁੱਟੜ ਕਰ ਛੱਡਿਆ ਹੈ। ਮਹਾਰਾਜ ਜੀਆਂ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ। ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਨਾਨਕ ਕਹੈ ਸਿਆਣੀਐ ਇਵ ਕੰਤ ਮਿਲਾਵਾ ਹੋਏ। ਮਹਾਰਾਜ ਜੀ ਫਰਮਾਉਂਦੇ ਹਨ ਇਸ ਤਰੀਕੇ ਨਾਲ ਵਾਹਿਗੁਰੂ ਨਾਲ ਮਿਲਾਵਾ ਹੋ ਜਾਵੇਗਾ। ਹਜੂਰ ਦੇ ਅੱਗੇ ਫਿਰ ਗੁਰਸਿੱਖ ਅਰਦਾਸ ਕਰਦੇ ਹਨ, ਕੈਸੇ ਮਨ ਤਰਹੇਗਾ ਰੇ ਸੰਸਾਰ ਸਾਗਰ ਵਿਖੇ ਕੋ ਬਣਾ। ਇਹ ਸੰਸਾਰ ਸਾਗਰ ਵਿਸ਼ਿਆਂ ਦੇ ਜੰਗਲ ਹੈ, ਮੇਰਿਆ ਮਣਾ ਤੂੰ ਜੰਗਲ ਤੋਂ ਕਿਵੇਂ ਪਾਰ ਹੋਵੇਂਗਾ। ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ। ਹੇ ਮੇਰਿਆ ਮਣਾ ਝੂਠੀ ਮਾਇਆ ਦੇਖ ਕੇ ਕਿੱਥੇ ਭੁੱਲਿਆ ਬੈਠਾ ਹੈ। ਜਦੋਂ ਹਜੂਰ ਦਾ ਉਪਦੇਸ਼ ਸਾਧ ਸੰਗਤ ਜੀ ਸਾਰੰਗ ਰਾਗ ਦੇ ਵਿੱਚ ਮਹਾਰਾਜ ਜੀ ਜਿਸ ਤਰ੍ਹਾਂ ਫਰਮਾ ਰਹੇ ਹਨ, ਦੇਖ ਤੂੰ ਕਿੱਥੇ ਭੁੱਲਿਆ ਬੈਠਾ ਹੈ। ਮਹਾਰਾਜ ਜੀ ਕਿਰਪਾ ਕਰਦੇ ਹਨ, ਕਿਉਂਕਿ ਸਾਧ ਸੰਗਤ ਜੀ ਜਿੱਥੇ ਆਪਣੇ ਮਨ ਦੀ ਬਿਰਤੀ ਟਿਕੀ ਹੋਵੇ, ਅਖੀਰਲੇ ਸਮੇਂ 'ਚ ਜੇ ਪੁੱਤਰਾਂ ਵਿੱਚ ਟਿਕੀ ਹੋਵੇ ਤਾਂ ਸੂਰਦੀ ਭਾਵ ਜੂਨੀ ਵਿੱਚ ਬੰਦਾ ਆਉਂਦਾ ਹੈ। ਜੇ ਅੰਤਕਾਲ ਜੇ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਜੇ ਅਖੀਰਲੇ ਸਮੇਂ ਦੇ ਵਿੱਚ ਲక్ష్ਮੀ ਭਾਵ ਮਾਇਆ ਸਿਮਰਦਾ ਹੋਵੇ ਤਾਂ ਸੱਪਾਂ ਦੀ ਜੂਨ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਹਜੂਰ ਨੇ ਗੁਰਬਾਣੀ ਵਿੱਚ ਦੱਸਿਆ ਹੈ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਬਦਤ ਤਰਲੋਚਨ ਵੈ ਨਰ ਮੁਕਤਾ ਪੀਤਾੰਬਰ ਵਾਕੈ ਹਿਰਦੈ ਬਸੈ। ਜੇ ਅੰਤਲੇ ਸਮੇਂ ਨਾਰਾਇਣ ਭਾਵ ਹਜੂਰ ਨੇ ਦੱਸਿਆ ਸੀ ਬਾਜਾਂ ਵਾਲੇ ਪਿਤਾ ਜੀਆਂ ਨੇ, ਜਿਸ ਸਮੇਂ ਮਾਧੋ ਦਾਸ ਬਿਰਾਗੀ ਭਾਵ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਸ ਸਮੇਂ ਸਾਧ ਸੰਗਤ ਜੀ ਨਾਂਦੇੜ ਸਾਹਿਬ ਜੀਆਂ ਦੀ ਧਰਤੀ ਨੂੰ ਬਾਜਾਂ ਵਾਲੇ ਪਿਤਾ ਜੀ ਭਾਗ ਲਾ ਰਹੇ ਸਨ, ਮਹਾਰਾਜ ਜੀਆਂ ਨੇ ਦਿਖਾਇਆ ਸੀ ਕਿ ਬੰਦਾ ਸਿੰਘ ਬਹਾਦਰ ਜੀ ਬਾਬਾ ਜੀਆਂ ਨੂੰ ਕਿ ਦੇਖ ਮਾਧੋ ਦਾਸ ਤੇਰੇ ਗੁਰੂ ਤੈਨੂੰ ਦਿਖਾਉਣੇ ਹਾਂ ਕਿ ਉਹ ਦੇਖ ਸਾਹਮਣੇ ਕਮੀਠ ਦਾ ਰੁੱਖ ਹੈ, ਉਸ ਦੇ ਵਿੱਚ ਮਹਾਰਾਜ ਜੀ ਕਹਿੰਦੇ ਹਨ ਇੱਕ ਫਲ ਵਿੱਚ ਕੀੜਾ ਬਣੀ ਬੈਠਾ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿੰਦੇ ਮਹਾਰਾਜ ਜੀ ਮੇਰੇ ਗੁਰੂ ਨੇ ਤਾਂ ਬੜੀ ਵਿਦਿਆ ਪੜ੍ਹੀ ਸੀ। ਮਹਾਰਾਜ ਜੀ ਉਸਨੇ ਤਾਂ ਬੜੀਆਂ ਕੋਈ ਵਿਦਿਆ ਛੱਡੀ ਨਹੀਂ, ਉਹ ਫਿਰ ਮਹਾਰਾਜ ਜੀ ਕਿਉਂ ਕੀੜਾ ਬਣਿਆ ਹੈ। ਹਜੂਰ ਨੇ ਦੱਸਿਆ ਸੀ, ਮਹਾਰਾਜ ਜੀਆਂ ਨੇ ਫਰਮਾਇਆ ਕਿ ਜਿਸ ਸਮੇਂ ਇਸ ਅੰਤਲੇ ਸਮੇਂ ਰੁੱਖ ਦੇ ਥੱਲੇ ਬੈਠਾ ਸੀ, ਮਨ ਵਿੱਚ ਖਿਆਲ ਆਇਆ, ਮਣਾ ਇਹ ਸਾਰੀ ਉਮਰ ਰੁੱਖ ਵੇਖਿਆ ਹੈ, ਕਦੇ ਇਸ ਦਾ ਫਲ ਖਾ ਕੇ ਹੀ ਨਹੀਂ ਵੇਖਿਆ। ਉਸ ਸਮੇਂ ਸੁਰਤੀ ਫਲ ਵਿੱਚ ਚਲੇ ਗਈ, ਹੁਣ ਮਰ ਕੇ ਕੀੜਾ ਬਣ ਕੇ ਉਹ ਫਲ ਖਾ ਰਿਹਾ ਹੈ। ਹਜੂਰ ਨੇ ਜਦੋਂ ਉਹ ਫਲ ਦੇ ਵਿੱਚੋਂ ਕੀੜਾ ਬਣਿਆ ਦਿਖਾਇਆ, ਮਹਾਰਾਜ ਜੀਆਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿੰਦੇ ਹਨ, ਮਹਾਰਾਜ ਜੀ ਹੈਗਾ ਤਾਂ ਮੇਰਾ ਗੁਰੂ ਸੀ, ਇਸ ਦੀ ਮੁਕਤੀ ਕਰ ਦੇਵੋ। ਫਿਰ ਹਜੂਰ ਨੇ ਦਰਸਾਇਆ ਸੀ ਕਿ ਜਿੱਥੇ ਅੰਤਲੇ ਸਮੇਂ ਵਿੱਚ ਸੁਰਤੀ ਟਿਕੀ ਰਵੇ, ਮਹਾਰਾਜ ਜੀਆਂ ਨੇ ਆਖਿਆ ਹੈ ਫਿਰ ਉਸੀਆਂ ਹੀ ਜੂਨਾਂ ਵਿੱਚ ਆਉਣਾ ਪੈਂਦਾ ਹੈ। ਮਹਾਰਾਜ ਜੀ ਕਿਰਪਾ ਕਰਦੇ ਹਨ। ਰਹਾਉ ਵਿਸ਼ਰਾਮ ਦੇ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਜਿਸ ਤਰ੍ਹਾਂ ਬਚਨ ਆ ਰਹੇ ਸੀ, ਜੋ ਦੀਸੈ ਸੋ ਸਗਲ ਵਿਨਾਸੈ। ਸਭ ਨਾਸ਼ਵੰਤ ਹੋ ਰਿਹਾ ਹੈ ਜੋ ਦਿਖਦਾ ਹੈ। ਜਿਉ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਫਰਮਾਇਆ ਸੀ, ਯਾ ਜਗ ਮੈਂ ਕੋ ਰਹਿਣ ਨਾ ਪਾਵੈ, ਇੱਕ ਆਵਹਿ ਇੱਕ ਜਾਹੀ, ਇਸ ਸੰਸਾਰ ਤੇ ਕੋਈ ਰਹਿਣ ਨਹੀਂ ਪਾਇਆ। ਮਹਾਰਾਜ ਜੀ ਫਰਮਾਉਂਦੇ ਹਨ, ਜੋ ਦਿਨ ਆਵਹਿ ਸੋ ਦਿਨ ਜਾਹੀ। ਮਹਾਰਾਜ ਜੀ ਫਰਮਾਉਂਦੇ ਹਨ, ਜਿਵੇਂ ਦੇਖ ਹਰ ਰੋਜ਼ ਤੂੰ ਦੇਖਦਾ ਹੈ, ਇੱਕ ਦਿਨ ਚੜ੍ਹਦਾ ਹੈ, ਦਿਨ ਭਾਵ ਢਲ ਜਾਂਦਾ ਹੈ, ਅਗਲਾ ਦਿਨ ਫਿਰ ਚੜ੍ਹਦਾ ਹੈ। ਕਰਨਾ ਕੂਚ ਰਹਿਣ ਥਿਰ ਨਾਹੀ।
ਮਹਾਰਾਜ ਜੀ ਫਰਮਾਉਂਦੇ ਹਨ ਇਸੇ ਤਰ੍ਹਾਂ ਇਸ ਜੀਵ ਨੇ ਵੀ ਇੱਕ ਦਿਨ ਕੂਚ ਕਰ ਜਾਣਾ ਹੈ। ਕਿਸੇ ਨੇ ਇੱਥੇ ਥਿਰ ਭਾਵ ਪੱਕੇ ਥੰਮ ਵਾਂਗੂ ਗੱਡੇ ਨਹੀਂ ਰਹਿਣਾ। ਮਹਾਰਾਜ ਜੀ ਕਹਿੰਦੇ ਹਨ ਸੰਗ ਚਲਤ ਹੈ ਹਮ ਭੀ ਚਲਣਾ। ਮਹਾਰਾਜ ਜੀ ਫਰਮਾਉਂਦੇ ਹਨ ਦੇਖ ਤੇਰੇ ਨਾਲ ਦੇ ਸੰਗੀ ਸਾਥੀ ਸਭ ਚਲੇ ਗਏ ਹਨ, ਹੁਣ ਆਪਾਂ ਵੀ ਇੱਥੋਂ ਕੂਚ ਕਰ ਜਾਣਾ ਹੈ। ਦੂਰ ਗਵਨ ਸਿਰ ਉੱਪਰ ਮਰਨਾ। ਮਹਾਰਾਜ ਜੀ ਫਰਮਾਉਂਦੇ ਹਨ ਬੜਾ ਦੂਰ ਦਾ ਪੈਂਡਾ ਕਰਨਾ ਹੈ। ਅਵਸ਼ ਬਰ ਅਵਸ਼ ਮੌਤ ਇੱਕ ਦਿਨ ਆ ਜਾਣੀ ਹੈ। ਕਿਆ ਤੂੰ ਸੋਇਆ ਜਾਗ ਅਯਾਨਾ। ਮਹਾਰਾਜ ਜੀ ਫਰਮਾਉਂਦੇ ਹਨ ਕਿੱਥੇ ਦੇਖ ਤੂੰ ਸੌਂ ਗਿਆ ਹੈ। ਹੇ ਅਯਾਣੇ ਹੋਏ ਮਣਾ ਭਾਵ ਹੇ ਜਵਾਕ ਬਣਿਆ ਬੈਠਾ ਹੈ, ਤੂੰ ਜਾਗ ਤੈ ਜੀਵਨ ਜਗ ਸਤ ਕਰ ਮਾਨਾ। ਮਹਾਰਾਜ ਜੀ ਫਰਮਾਉਂਦੇ ਹਨ ਤੂੰ ਇਸ ਸੰਸਾਰ ਨੂੰ ਕਿਹਦੇ ਵਾਸਤੇ ਸਤ ਸਮਝੀ ਬੈਠਾ ਹੈ। ਕਾਕੋ ਤਨ ਧਨ ਸੰਪਤ ਕਾਕੀ। ਮਹਾਰਾਜ ਜੀ ਫਰਮਾਉਂਦੇ ਹਨ ਕਦੋਂ ਕੁਦਾ ਹੈ ਤੇਰਾ ਧਨ ਤੇ ਇਹ ਤਨ ਇਹ ਸੰਪਦਾ। ਜਾਂ ਮਹਾਰਾਜ ਜੀ ਫਰਮਾਉਂਦੇ ਹਨ ਕਿਸ ਦੀ ਹੋਈ ਹੈ ਅੱਜ ਤਿੱਕਰ ਇਹ ਤਨ ਧਨ ਇਹ ਸੰਪਦਾ। ਮਹਾਰਾਜ ਜੀ ਫਰਮਾਉਂਦੇ ਹਨ ਕਾਸਿਓ ਨਹਿ ਲਗਾਹੀ। ਮਹਾਰਾਜ ਜੀ ਸਾਨੂੰ ਪੁੱਛਦੇ ਹਨ ਹੇ ਗੁਰਸਿੱਖਾ ਕਿੱਥੇ ਨੇ ਲਾਈ ਬੈਠਾ ਹੈ, ਇਹ ਦੇਖ ਤੇਰੇ ਸਭ ਤੋਂ ਲਾਗੇ ਕੀ ਹੈ। ਮਹਾਰਾਜ ਜੀ ਮੇਰੇ ਘਰ ਦੇ ਨੇ। ਹਜੂਰ ਕਹਿੰਦੇ ਹਨ ਨਾਲ ਜਾਣਗੇ। ਨਹੀਂ ਮਹਾਰਾਜ ਜੀ ਕਿਸੇ ਨੇ ਨਾਲ ਨਹੀਂ ਜਾਣਾ। ਹਜੂਰ ਕਹਿੰਦੇ ਹਨ ਸਭ ਤੋਂ ਲਾਗੇ ਦੇਖ ਕੀ ਹੈ ਤੇਰੇ ਪਾਸ। ਮਹਾਰਾਜ ਜੀ ਮੇਰਾ ਸਰੀਰ ਹੈ। ਹਜੂਰ ਕਹਿੰਦੇ ਹਨ ਤਨ ਨਾਲ ਜਾਵੇਗਾ। ਮਹਾਰਾਜ ਜੀ ਨਹੀਂ ਜਾਵੇਗਾ। ਹਜੂਰ ਕਹਿੰਦੇ ਹਨ ਫਿਰ ਦੇਖ ਕਿੱਥੇ ਨੇ ਮੋਹ ਲਾਈ ਬੈਠਾ ਹੈ। ਜੋ ਦੀਸੈ ਸੋ ਸਗਲ ਬਿਨਾਸੈ। ਮਹਾਰਾਜ ਜੀ ਫਰਮਾਉਂਦੇ ਹਨ ਜੋ ਵੀ ਦ੍ਰਿਸ਼ਟਮਾਨ ਹੈ ਭਾਵ ਜੋ ਵੀ ਤੈਨੂੰ ਦਿਖ ਰਿਹਾ ਹੈ ਸਭ ਨਾਸ਼ਵੰਤ ਹੈ। ਜਿਉ ਬਾਦਰ ਕੀ ਸ਼ਾਹੀ। ਹਜੂਰ ਪ੍ਰਮਾਣ ਦੇ ਕੇ ਦੱਸਦੇ ਹਨ ਜਿਸ ਤਰ੍ਹਾਂ ਬੱਦਲ ਹੁੰਦੇ ਹਨ ਆਕਾਸ਼ ਦੇ ਵਿੱਚ, ਜਿਸ ਸਮੇਂ ਹਵਾ ਚੱਲਦੀ ਹੈ ਸਭ ਖਿੰਡ ਜਾਂਦੇ ਹਨ। ਹਜੂਰ ਫਰਮਾਉਂਦੇ ਹਨ ਜਿਸ ਤਰ੍ਹਾਂ ਬੱਦਲ ਆਕਾਸ਼ ਵਿੱਚ ਨਾਸ਼ਵੰਤ ਹੁੰਦੇ ਹਨ, ਥੋੜੇ ਸਮੇਂ ਲਈ ਦਿਖਦੇ ਹਨ ਫਿਰ ਗਾਇਬ ਹੋ ਜਾਂਦੇ ਹਨ। ਇਸੇ ਤਰ੍ਹਾਂ ਇਸ ਸੰਸਾਰ ਦੀ ਧਨ ਦੌਲਤ ਹੈ। ਦੇਖ ਤੇਰੇ ਜਦੋਂ ਕਰਮਾਂ ਵਿੱਚ ਸੀ ਉਦੋਂ ਤੇਰੇ ਪਾਸ ਆ ਜਾਂਦੀ ਹੈ। ਤੇਰੇ ਪਾਸ ਜਿੰਨਾ ਚਿਰ ਰਹਿਣੀ ਸੀ ਉਸ ਤੋਂ ਬਾਅਦ ਐਸਾ ਚੱਕਰ ਚੱਲਦਾ ਹੈ ਕਰਮਾਂ ਦਾ, ਸਭ ਮਾਇਆ ਵੀ ਨਾਸ਼ ਹੋ ਜਾਂਦੀ ਹੈ। ਮਹਾਰਾਜ ਜੀ ਫਰਮਾਉਂਦੇ ਹਨ ਦੇਖ ਤੂੰ ਕਿੱਥੇ ਮੋਹ ਲਾਈ ਬੈਠਾ ਹੈ। ਤਜ ਅਬੇ ਮਹਨ ਸਰਣ ਸੰਤਨ ਗਹਿ। ਮਹਾਰਾਜ ਜੀ ਫਰਮਾਉਂਦੇ ਹਨ ਤਾਜ ਅਭਿਮਾਨ ਐਡਾ ਜੋ ਹੰਕਾਰ ਚੱਕੀ ਬੈਠਾ ਹੈ। ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ। ਅਜਹੁ ਸੋ ਨਾਉ ਸਮੁੰਦਰ ਮਹਿ ਕਿਆ ਜਾਨੋ ਕਿਆ ਹੋਏ। ਜਿਸ ਤਰ੍ਹਾਂ ਭਗਤ ਕਬੀਰ ਜੀ ਫਰਮਾਉਂਦੇ ਹਨ ਤਾਜ ਅਭਿਮਾਨ, ਜੇ ਤੈਨੂੰ ਮਾਣ ਹੁੰਦਾ ਹੈ ਨਾ, ਕਈ ਰਾਂ ਸਾਧ ਸੰਗਤ ਜੀ ਬਾਣੀ ਦਾ ਹੀ ਮਾਣ ਹੋ ਜਾਂਦਾ ਹੈ। ਕਹਿੰਦੇ ਹਨ ਸਾਡਾ ਤਾਂ ਕੰਮ ਹੈ ਜੀ ਅਸੀਂ ਤਾਂ ਅੰਮ੍ਰਿਤ ਵੇਲੇ ਹੀ ਗੁਰੂ ਘਰੇ ਚਲੇ ਜਾਂਦੇ ਹਾਂ ਫਿਰ ਸੇਵਾ ਕਰਦੇ ਹਾਂ। ਸਾਧ ਸੰਗਤ ਜੀ ਕਈ ਵਾਰ ਨਿਮਰਤਾ ਅੰਦਰ ਹੁੰਦੀ ਨਹੀਂ, ਬੋਲਾਂ ਤੋਂ ਜਿਸ ਤਰ੍ਹਾਂ ਪ੍ਰਗਟ ਕਰਕੇ ਦਿਖਾਉਂਦੇ ਨੇ ਸਦਾ ਨਹੀਂ ਰਹਿੰਦੀ। ਫਿਰ ਉਹ ਜਿਸ ਤਰ੍ਹਾਂ ਹਜੂਰ ਦੱਸਦੇ ਹਨ ਕਿ ਇਹ ਹਉਮੈ, ਮਹਾਰਾਜ ਜੀ ਕਬੀਰ ਜੀ ਕਹਿੰਦੇ ਹਨ ਇਸ ਚੀਜ਼ ਦਾ ਮਾਣ ਨਾ ਕਰੀ ਕਿ ਮੈਂ ਕਈ ਕਹਿੰਦੇ ਹਨ ਇੰਨਾ ਮੈਂ ਪਾਠ ਕਰਦਾ ਹਾਂ। ਮਹਾਰਾਜ ਜੀ ਕਹਿੰਦੇ ਹਨ ਹਜੇ ਬੇੜੀ ਸਮੁੰਦਰ ਦੇ ਵਿੱਚ ਹੈ, ਹਜੇ ਕੰਢੇ ਤੇ ਨਹੀਂ ਲੱਗੀ। ਕਿਆ ਜਾਨੋ ਕਿਆ ਹੋਏ। ਕੀ ਭਲਾ ਕਾਲ ਪੁਰਖ ਵਾਹਿਗੁਰੂ ਨੂੰ ਕੀ ਭਾਉਂਦਾ ਹੈ। ਸਦਾ ਹੀ ਹੱਥ ਜੋੜ ਕੇ ਕਦੇ ਹੰਕਾਰ ਨਾ ਕਰਿਆ ਕਰ। ਮਹਾਰਾਜ ਜੀ ਸਦਾ ਹੀ ਹੱਥ ਜੋੜ ਕੇ ਕਿਹਾ ਕਰ ਹਜੂਰ ਕਿਰਪਾ ਕਰੋ ਸਾਨੂੰ ਵੀ ਆਪ ਜੀਆਂ ਦੇ ਗੁਰਸਿੱਖਾਂ ਵਾਂਗੂ ਭਜਨ ਬੰਦਗੀ ਬਖਸ਼ੋ। ਹਾਂਜੀ ਤਜ ਅਭਿਮਾਨ ਸਰਣ ਸੰਤਨ ਗਹਿ। ਫਿਰ ਮਹਾਰਾਜ ਜੀ ਕਹਿੰਦੇ ਹਨ ਹੰਕਾਰ ਛੱਡ ਕੇ ਸੰਤਾਂ ਦੀ ਸ਼ਰਨ ਵਿੱਚ ਪੈ ਜਾ। ਜੋ ਮਹਾਰਾਜ ਜੀ ਕਹਿੰਦੇ ਹਨ ਸੰਤਾਂ ਦੀ ਸ਼ਰਨ ਵਿੱਚ ਪੈ ਜਾਂਦੇ ਹਨ ਫਿਰ ਵਾਹਿਗੁਰੂ ਸਭ ਤੋਂ ਵੱਡੇ ਸੰਤ ਕੌਣ ਹਨ ਕਲਯੁਗ ਦੇ ਵਿੱਚ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਕਾਲ ਪੁਰਖ ਵਾਹਿਗੁਰੂ ਹਰੀ ਦਾ ਸਰੂਪ ਸ਼ਸਤਰਾਂ ਸਮੇਤ ਹਜੂਰ ਤਖਤ ਤੇ ਸੱਜ ਬੈਠੇ ਹਨ। ਸਾਡੇ ਗਰੀਬਾਂ ਦਾ ਭਲਾ ਕਰਨ ਵਾਸਤੇ ਹਜੂਰ ਉਚਾਰਦੇ ਹਨ ਸੰਤਾਂ ਦੀ ਸ਼ਰਨ ਵਿੱਚ ਪੈ ਜਾ ਭੱਜ ਕੇ। ਮੁਕਤ ਹੋਏ ਛਿਨ ਮਾਹੀ। ਛਿਨ
ਮਾਤਰ ਸਮਾਂ, ਬਹੁਤਾ ਸਮਾਂ ਨਹੀਂ ਲੱਗੇਗਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਅੱਗੇ ਜਿਸ ਤਰ੍ਹਾਂ ਸੱਜਣ ਠੱਗ ਪੈ ਗਿਆ ਸੀ, ਕੌਡਾ ਰਾਖਸ਼ ਪੈ ਗਿਆ ਸੀ, ਨੂਰਖਾਂ ਜਾਦੂਗਰਨੀ ਪੈ ਗਈ ਸੀ, ਮਹਾਰਾਜ ਜੀਆਂ ਨੇ ਇਹ ਥੋੜੀ ਨਾ ਆਖਿਆ ਸੀ 2 ਦਿਨ ਲੱਗਣਗੇ ਮੁਕਤ ਹੋਣ ਵਾਸਤੇ। ਛਿਨ ਮਾਹੀ ਉਸੇ ਸਮੇਂ ਹੀ ਹਜੂਰ ਨੇ ਨਿਹਾਲ ਕਰ ਦਿੱਤਾ ਸੀ। ਆਪਾਂ ਵੀ ਸਾਧ ਸੰਗਤ ਜੀ ਕੀ ਪਤਾ ਮਹਾਰਾਜ ਜੀਆਂ ਨੂੰ ਸੇਵਾ ਕਰਦੇ ਹੋਏ ਤਰਸ ਆ ਜਾਵੇ, ਮਹਾਰਾਜ ਜੀ ਕਿਰਪਾ ਕਰ ਦੇਣ। ਦੋਨੋਂ ਹੱਥ ਜੋੜ ਕੇ ਹਜੂਰ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਹੰਕਾਰ ਐਸਾ ਬਾਂਸ ਦੀ ਨਿਆਈ ਸਾਡੇ ਹਿਰਦੇ ਵਿੱਚ ਹੈ, ਜਿਸ ਤਰ੍ਹਾਂ ਆਉਂਦਾ ਹੈ ਜਿਹੜਾ ਬਾਂਸ ਹੁੰਦਾ ਹੈ ਸਾਧ ਸੰਗਤ ਜੀ, ਇੱਕ ਤਾਂ ਬੜਾ ਲੰਮਾ ਹੁੰਦਾ ਹੈ, ਉਸ ਨੂੰ ਆਪਣੇ ਲੰਮੇ ਪੁਣੇ ਦਾ ਮਾਣ ਹੁੰਦਾ ਹੈ, ਜਿਸ ਤਰ੍ਹਾਂ ਦੂਸਰਾ ਔਗਣ ਹੁੰਦਾ ਹੈ ਅੰਦਰੋਂ ਖਾਲੀ ਹੁੰਦਾ ਹੈ। ਬਾਹਰੋਂ ਤਾਂ ਮਹਾਰਾਜ ਜੀ ਮੈਂ ਵੱਡਾ ਗੁਰਸਿੱਖ ਬਣ ਕੇ ਬੈਠਦਾ ਹਾਂ, ਅੰਦਰ ਜਿਸ ਤਰ੍ਹਾਂ ਬਾਂਸ ਖਾਲੀ ਹੁੰਦਾ ਹੈ, ਅੰਦਰ ਮਹਾਰਾਜ ਜੀ ਕੋਈ ਸ਼ਰਧਾ ਨਹੀਂ ਹੈਗੀ ਆਪ ਜੀਆਂ ਦੇ ਬਚਨਾਂ ਤੇ। ਤੀਸਰਾ ਔਗਣ ਹੁੰਦਾ ਹੈ ਸਾਧ ਸੰਗਤ ਜੀ, ਬਾਂਸ ਵਿੱਚ ਗੰਢਾਂ ਹੁੰਦੀਆਂ ਹਨ, ਇਹ ਜਾਤੀ ਜੂਤੀ ਦੀਆਂ ਜੋ ਗੰਢਾਂ ਹਨ। ਇਸੇ ਤਰ੍ਹਾਂ ਚੌਥਾ ਔਗਣ ਹੁੰਦਾ ਹੈ ਬਾਂਸ ਸਾਧ ਸੰਗਤ ਜੀ ਕੰਡੇ ਹੁੰਦੇ ਹਨ, ਉਹਨੂੰ ਜਿਹੜਾ ਬਾਂਸ ਦੇ ਸਾਧ ਸੰਗਤ ਜੀ ਲਾਗੇ ਜਾਂਦਾ ਹੈ ਉਸ ਨੂੰ ਕੰਡੇ ਭਾਵ ਮਹਾਰਾਜ ਜੀ ਮੈਂ ਕੌੜੇ ਬਚਨ ਬੋਲਦਾ ਹਾਂ ਹਮੇਸ਼ਾ। ਚੌਥਾ ਕੁੱਲ ਘਾਤੀ ਹੁੰਦਾ ਹੈ, ਆਪਸ ਵਿੱਚ ਹੀ ਰਗੜ ਰਗੜ ਕੇ ਬਾਂਸ ਅੱਗ ਪੈਦਾ ਕਰਕੇ ਆਪਣਾ ਨਾਸ਼ ਕਰਾ ਲੈਂਦੇ ਹਨ। ਮਹਾਰਾਜ ਜੀ ਆਪ ਦੇ ਨਾਲ ਦੇ ਗੁਰਸਿੱਖਾਂ ਨਾਲ ਐਸੀਆਂ ਭੈੜੀਆਂ ਚਰਚਾ ਕਰਦਾ ਹਾਂ, ਆਪਦਾ ਤਾਂ ਮਨ ਮਾੜਾ ਹੈ, ਦੂਜਿਆਂ ਨੂੰ ਵੀ ਮਹਾਰਾਜ ਜੀ ਤੰਗ ਕਰਦਾ ਹਾਂ। ਐਸੇ ਬਾਂਸ ਦੀ ਨਿਆਈ ਹੰਕਾਰ ਹੈ ਮੇਰੇ ਵਿੱਚ ਵੱਡਾ ਹੋਣ ਦਾ, ਪਰ ਮਹਾਰਾਜ ਜੀ ਗੁਰਮੁਖਾਂ ਵਾਲੇ ਤਾਂ ਕੋਈ ਲੱਛਣ ਮੈਂ ਧਾਰੇ ਹੀ ਨਹੀਂ। ਹਜੂਰ ਕਹਿੰਦੇ ਹਨ ਤਜ ਅਭਿਮਾਨ, ਇਹ ਜਿਹੜਾ ਹੰਕਾਰ ਹੈ ਇਸ ਨੂੰ ਛੱਡ ਦੇ, ਗਹਿ ਸੰਤਨ ਭਾਵ ਸੰਤਾਂ ਦੀ ਸ਼ਰਨ ਗਹੋ, ਮੁਕਤ ਹੋਏ ਛਿਨ ਮਾਹੀ, ਛਿਨ ਮਾਤਰ ਸਮਾਂ ਲੱਗੇਗਾ। ਮਹਾਰਾਜ ਜੀਆਂ ਨੇ ਮਿਹਰ ਕੀਤੀ, ਜਦੋਂ ਤੂੰ ਹੰਕਾਰ ਛੱਡ ਕੇ ਹਜੂਰ ਦੇ ਚਰਨਾਂ ਵਿੱਚ ਢਹਿ ਪਿਆ, ਮਹਾਰਾਜ ਜੀ ਕਿਉਂ ਨਾ ਕਿਰਪਾ ਕਰਨਗੇ। ਦੀਨ ਦਿਆਲ, ਮਹਾਰਾਜ ਜੀਆਂ ਦਾ ਤਾਂ ਨਾਮ ਹੀ ਦੀਨ ਦਿਆਲ ਹੈ, ਜੋ ਗਰੀਬ ਹੋ ਕੇ ਢਹਿ ਪੈਂਦਾ ਹੈ। ਦਇਆਲ, ਦਇਆ ਦਾ ਤਾਂ ਮਹਾਰਾਜ ਜੀ ਘਰ ਹਨ, ਦਇਆ ਕਰਨ ਦੀ ਜਿਨ੍ਹਾਂ ਨੂੰ ਆਦਤ ਹੈ। ਜਨ ਨਾਨਕ ਭਗਵੰਤ ਭਜਨ ਬਿਨ, ਮਹਾਰਾਜ ਜੀ ਫਰਮਾਉਂਦੇ ਹਨ ਜਨ ਨਾਨਕ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਮੋਹਰ ਲਾਉਂਦੇ ਹਨ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਤੋਂ ਬਿਨਾ, ਉਸ ਦੇ ਭਜਨ ਤੋਂ ਬਿਨਾ ਸੁਖ ਸੁਪਨੇ ਪੀ ਨਾਹੀ। ਇਸ ਜੀਵ ਨੂੰ ਸੁਪਨੇ ਵਿੱਚ ਵੀ ਸੁਖ ਨਹੀਂ ਹੋ ਸਕਦਾ। ਅੱਜ ਜੇ ਦੇਖੀਏ ਸਭ ਸੰਸਾਰ ਸੁਖ ਭਾਲਦਾ ਹੈ, ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆ ਕੇ ਵੀ ਜਿਸ ਤਰ੍ਹਾਂ ਕਹਿੰਦਾ ਹੈ ਮਹਾਰਾਜ ਜੀ ਸੁਖੀ ਸਾਂਦੀ ਰੱਖਣਾ ਸਾਨੂੰ, ਸਭ ਮਹਾਰਾਜ ਜੀ ਮੇਰੇ ਪਰਿਵਾਰ ਨੂੰ ਸੁਖੀ ਰੱਖਣਾ। ਪਰ ਮਹਾਰਾਜ ਜੀ ਫਰਮਾਉਂਦੇ ਹਨ ਜਨ ਨਾਨਕ ਭਗਵੰਤ ਭਜਨ ਬਿਨ, ਉਸ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਤੋਂ ਬਿਨਾ। ਸਾਧ ਸੰਗਤ ਜੀ ਸੁਪਨੇ ਵੀ ਜੇ ਅੱਜ ਜੀਵ ਦੇ ਦੇਖੀਏ, ਮਹਾਰਾਜ ਜੀ ਕਹਿੰਦੇ ਹਨ ਸੁਪਨੇ ਵਿੱਚ ਵੀ ਬਣਾਉਂਦਾ ਹੈ ਬੰਦਾ, ਜਿੱਦਾਂ ਸਾਰੇ ਦਿਨ ਵਿੱਚ ਕੰਮ ਕਰਦਾ ਹੈ ਉਹੀ ਫਿਰ ਰਾਤ ਨੂੰ ਸੁਪਨਿਆਂ ਵਿੱਚ ਆਉਂਦੇ ਹਨ। ਜਿੱਦਾਂ ਸਾਰਾ ਦਿਨ ਵਿਸ਼ਿਆਂ ਵਿੱਚ ਲੰਘਦੇ ਨੇ, ਰਾਤ ਸੁਪਨੇ ਵਿੱਚ ਬੜਾ ਬੜਾ ਕੇ ਅੱਜ ਜੀਵ ਉੱਠਦੇ ਨੇ। ਕਿਉਂਕਿ ਸਾਧ ਸੰਗਤ ਜੀ ਕੀਰਤਨ ਸੋਹਿਲਾ ਸਾਹਿਬ ਜੀ ਮਹਾਰਾਜ ਜੀਆਂ ਨੇ ਗੁਰਬਾਣੀ ਬਖਸ਼ੀ ਹੈ ਕਿ ਜੇ ਸੁਪਨੇ ਵਿੱਚ ਭਾਵ ਸੁੱਤਾ ਹੋਇਆ ਪ੍ਰਾਣ ਨਿਕਲ ਜਾਣ ਸਿੱਧਾ ਗੁਰਪੁਰੀ ਨੂੰ ਜਾਂਦੇ ਹਨ। ਪਰ ਜੇ ਅੱਜ ਦੇਖਿਆ ਜਾਵੇ ਛਾਤੀ ਤੇ ਫੋਨ ਰੱਖ ਕੇ ਜੋ ਗੰਦ ਮਿਲ ਸੰਸਾਰ ਦਾ ਦੇਖਦੇ ਸੌਂਦੇ ਹਨ, ਉੱਠਦਿਆਂ ਸਾਧ ਸੰਗਤ ਜੀ ਗੁਰਸਿੱਖਾਂ ਦੇ ਨੇਮ ਹੋਇਆ ਕਰਦੇ ਸੀ, ਨਿਤਨੇਮ ਤੋਂ ਬਿਨਾਂ ਕੋਈ ਫਜ਼ੂਲ ਦੀਆਂ ਗੱਲਾਂ ਨਾ ਸੀ ਕਰਦੇ। ਕਈ ਉੱਠਦਿਆਂ ਪਹਿਲਾਂ 10 ਪਾਤਸ਼ਾਹੀਆਂ ਨੂੰ ਯਾਦ ਕਰਦੇ ਹਨ, ਪਰ ਜੇ ਅੱਜ ਦੇਖਿਆ ਜਾਵੇ ਪਹਿਲਾਂ ਦੇਖਦੇ ਹਨ ਕਿ ਮੈਸੇਜ ਕਿੰਦੇ ਕਿੰਦੇ ਆਏ ਹਨ। ਹਜੂਰ ਫਰਮਾਉਂਦੇ ਹਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਸ ਸਮੇਂ ਪੁੱਛਿਆ ਸੀ ਬਾਬਾ ਅਤਰ ਸਿੰਘ ਜੀ ਮਸਤੂਆਣ ਵਾਲੇ ਮਹਾਂਪੁਰਸ਼ਾਂ ਨੂੰ ਕਿ ਬਾਬਾ ਜੀ ਪਟਿਆਲੇ ਵਾਲੇ ਰਾਜੇ ਨੇ ਪੁੱਛਿਆ ਸੀ ਜਦੋਂ ਸੁੱਤੇ ਹੁੰਦੇ ਹਨ ਉਦੋਂ ਗੁਰਮੁਖ ਤੇ ਮਨਮੁਖ ਕੀ ਸਭ ਇੱਕ ਸਮਾਨ ਹੀ ਹੁੰਦੇ ਹਨ। ਬਾਬਾ ਜੀਆਂ ਨੇ ਦੱਸਿਆ ਸੀ ਕਿ ਸੁੱਤੇ ਹੋਏ ਗੁਰਮੁਖ ਹੁੰਦੇ ਹਨ ਤੇ ਮਨਮੁਖ ਉਹ ਕਿਵੇਂ? ਮਹਾਰਾਜ ਜੀ ਸੰਤਾਂ ਨੇ ਦਰਸਾ ਦਿੱਤਾ ਸੀ ਉਸ ਪਟਿਆਲੇ ਵਾਲੇ ਰਾਜੇ ਨੂੰ। ਕਹਿੰਦੇ ਹਨ ਅੰਮ੍ਰਿਤ ਵੇਲੇ ਆਈ। ਜਿਸ ਸਮੇਂ ਅੰਮ੍ਰਿਤ ਵੇਲਾ ਹੋਇਆ ਬਾਬਾ ਜੀਆਂ ਨੇ ਜਿੱਥੇ
ਛਪਾਈ ਪੈ ਸੀ, ਬਾਲਟੀ ਜਲ ਦੀ ਭਰ ਕੇ ਉੱਪਰ ਮਾਰੀ। ਉੱਠਦਿਆਂ ਹੀ ਜਿਸ ਤਰ੍ਹਾਂ ਅਵਾ ਤਵਾ ਬੋਲਣ ਲੱਗੇ, ਕਿੱਥੇ ਕੋਈ ਜੰਗ ਲੱਗ ਗਈ ਹੈ, ਸਾਡੀ ਤਾਂ ਹਜੇ ਡਿਊਟੀ ਵੀ ਨਹੀਂ ਸੀ, ਇੰਨੀ ਛੇਤੀ ਠਾ ਦਿੱਤਾ ਸਾਨੂੰ। ਫਿਰ ਜਿੱਥੇ ਬਾਬਾ ਜੀਆਂ ਦੇ 7 ਸੰਗੀ ਪਏ ਸੀ, ਮਹਾਰਾਜ ਜੀਆਂ ਨੇ ਜਿੱਥੇ ਆਪਾਂ ਨੂੰ ਹੁਣੇ ਹੁਕਮ ਕੀਤਾ ਹੈ, ਤਾਜ ਅਭਿਮਾਨ ਸਰਨ ਸੰਤਨ ਗਹੋ, ਉਹਨਾਂ ਨੇ ਸੰਤਾਂ ਦੀ ਸ਼ਰਨ ਪਕੜੀ ਸੀ। ਜਿਸ ਸਮੇਂ ਬਾਬਾ ਜੀਆਂ ਨੇ ਜਲ ਪਾਇਆ, ਉੱਠਦਿਆਂ ਹੀ ਕਹਿੰਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ। ਉੱਠਦਿਆਂ ਹੀ ਮੁਖ ਤੋਂ ਸਾਧ ਸੰਗਤ ਜੀ ਕਹਿੰਦੇ ਹਨ, ਅੰਮ੍ਰਿਤ ਵੇਲਾ ਹੋ ਗਿਆ ਹੈ, ਭਜਨ ਬੰਦਗੀ ਦਾ ਸਮਾਂ ਹੋਇਆ ਹੈ। ਮਹਾਰਾਜ ਜੀ ਕਹਿੰਦੇ ਹਨ, ਸੌਦੇ ਵਾਹੋ ਵਾਹੋ ਉਚਰ ਹੈ, ਉੱਠਦੇ ਪੀ ਵਾਹੋ ਕਰੇਨ। ਗੁਰਮੁਖ ਸੌਂਦਿਆਂ ਵੀ ਵਾਹੋ ਵਾਹੋ ਉਚਰਦੇ ਕਰਦੇ ਸੌਂਦੇ ਨੇ। ਫਿਰ ਉੱਠਦਿਆਂ ਉਹਨਾਂ ਦੇ ਮੁਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਨਿਕਲਦਾ ਹੈ। ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲੇਣ। ਫਿਰ ਉੱਠ ਕੇ ਸਾਰਾ ਸਮਾਂ ਉਸ ਨਾਮ ਨੂੰ ਸੰਭਾਲਦੇ ਹਨ। ਬੇਅੰਤ ਪ੍ਰਮਾਣ ਆਉਂਦੇ ਹਨ। ਮਹਾਰਾਜ ਜੀ ਫਰਮਾਉਂਦੇ ਹਨ, ਸੁਖ ਸੁਪਨੇ ਪੀ ਨਾਹੀ। ਮਹਾਰਾਜ ਜੀ ਕਹਿੰਦੇ ਹਨ, ਭਗਤੀ ਤੋਂ ਬਿਨਾਂ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲੇਗਾ। ਜਿਸ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਹਨ, ਕਬੀਰ ਸੁਪਨੇ ਹੂੰ ਬੁਰੜਾਏ ਕੈ, ਜਿਹੇ ਮੁਖ ਨਿਕਸੈ ਨਾਮ। ਜਦੋਂ ਬਰੜਾ ਕੇ ਕਈ ਵਾਰ ਬੰਦਾ ਸੁਪਨੇ ਵਿੱਚ ਵੀ ਉੱਠਦਾ ਹੈ, ਭਗਤ ਕਬੀਰ ਜੀ ਕਹਿੰਦੇ ਹਨ, ਜੇ ਉਸ ਦੇ ਮੁਖ ਤੋਂ ਉਦੋਂ ਰਾਮ ਦਾ ਵਾਹਿਗੁਰੂ ਦਾ ਨਾਮ ਨਿਕਲਦਾ ਹੈ, ਤਾਂ ਕਿ ਪੱਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ। ਭਗਤ ਜੀ ਕਹਿੰਦੇ ਹਨ, ਮੇਰੇ ਤਨ ਦੇ ਚਮੜੇ ਦੀ ਜੁੱਤੀ ਬਣਨੀ ਚਾਹੀਦੀ ਹੈ ਤੇ ਉਹਨਾਂ ਗੁਰਸਿੱਖਾਂ ਦੇ ਚਰਨਾਂ ਵਿੱਚ ਪੈਣੀ ਚਾਹੀਦੀ ਹੈ। ਜ਼ਿਕਰ ਆਉਂਦਾ ਹੈ ਸਾਧ ਸੰਗਤ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਜਿਸ ਸਮੇਂ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਦੁਆਬੇ ਦੀ ਧਰਤੀ ਤੇ, ਉਸ ਸਮੇਂ ਕੋਈ ਬਾਹਲੇ ਪਾਠੀ ਸਿੰਘ ਨਾ ਸੀ ਹੋਇਆ ਕਰਦੇ। 3 ਜੋ ਸਾਧ ਸੰਗਤ ਜੀ ਸੰਤਾਂ ਦੇ ਵੱਡੇ ਭਰਾਤਾ ਜੀ ਜਿਨ੍ਹਾਂ ਨੇ ਇਹ ਬਚਨ ਜਿਸ ਤਰ੍ਹਾਂ ਦੱਸੇ ਹਨ, ਜਿਸ ਤਰ੍ਹਾਂ ਭਾਈ ਹਜ਼ਾਰਾ ਸਿੰਘ ਜੀ ਉਹਨਾਂ ਦਾ ਨਾਮ ਕਰਕੇ ਆਉਂਦਾ ਹੈ। ਇੱਕ ਸਾਧ ਸੰਗਤ ਜੀ ਭਾਈ ਤਾਰਾ ਸਿੰਘ ਜੀ ਤੇ ਸੰਤ ਜੀ ਆਪ 3 ਜਾਣੇ ਅਖੰਡ ਪਾਠ ਸਾਹਿਬ ਕਰ ਰਹੇ ਸੀ। ਅੰਮ੍ਰਿਤ ਵੇਲੇ 2 ਤੋਂ 4 ਵਾਲੀ ਡਿਊਟੀ ਲਾ ਕੇ ਸੰਤ ਜੀ ਜਿਸ ਸਮੇਂ ਆਪਣੇ ਆਸਣ ਤੇ ਆਉਂਦੇ ਹਨ, ਨਿਤਨੇਮ ਕਰਕੇ ਜਿਸ ਸਮੇਂ ਬਰਾਜਦੇ ਹਨ, ਸੰਤਾਂ ਦੇ ਭਰਾਤਾ ਜੀਆਂ ਨੇ ਬਚਨ ਦੱਸੇ ਹਨ ਤੇ ਗਿਆਨ ਕਿਰਨਾ ਪੁਸਤਕ ਦੇ ਵਿੱਚ ਜਿੱਥੇ ਸੰਤਾਂ ਦੀ ਜੀਵਨੀ ਲਿਖੀ ਹੈ ਉਸ ਵਿੱਚ ਦਰਜ ਹਨ। ਜਿਸ ਸਮੇਂ ਨਿਤਨੇਮ ਕਰਕੇ ਬੈਠੇ ਸੋਰਠ ਰਾਗ ਦੇ ਵਿੱਚ ਗੁਰਬਾਣੀ ਦਾ ਪਾਠ ਛੱਡ ਕੇ ਆਏ ਸਨ, ਜਿੱਥੇ ਆ ਕੇ ਬਰਾਜੇ ਹਨ। ਸੰਤਾਂ ਕੀ ਤੱਕਦੇ ਹਨ, ਨਾਲ ਵਾਲੇ ਗੁਰਸਿੱਖ ਸੋਰਠ ਰਾਗ ਵਿੱਚ ਬਾਣੀ ਛੱਡੀ ਸੀ, ਉੱਥੋਂ ਹੀ ਆਰੰਭ ਕੀਤੀ ਹੈ। ਸੁੱਤੇ ਪਏ ਹਨ, ਸੁਪਨ ਅਵਸਥਾ ਵਿੱਚ ਹਨ, ਪਰ ਬਿਨਾਂ ਕਿਸੇ ਲਗਾ ਮਾਤਰਾ ਤੋਂ ਕੋਈ ਗਲਤੀ ਨਹੀਂ। 50-50 ਅੰਗ ਸੁੱਤਿਆਂ ਹੀ ਕਰ ਜਾਂਦੇ ਹਨ। ਇਹ ਮਹਾਰਾਜ ਜੀ ਫਰਮਾਉਂਦੇ ਹਨ ਕਿ ਕਬੀਰ ਸੁਪਨੇ ਹੂੰ ਬਰੜਾਏ ਕੈ, ਜਿਹੇ ਮੁਖ ਨਿਕਸੈ ਨਾਮ। ਜਾਂ ਇਸੇ ਤਰ੍ਹਾਂ ਸੌਂਦਿਆਂ ਵਾਹੋ ਵਾਹੋ ਉਚਰੈ ਹੈ, ਸੌਂਦਿਆਂ ਵੀ ਉਹ ਮਹਾਰਾਜ ਜੀਆਂ ਨੂੰ ਸਦਾ ਯਾਦ ਰੱਖਦੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਹਜੂਰ ਫਰਮਾਉਂਦੇ ਹਨ, ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਪੀ ਨਾਹੀ। ਸੰਸਾਰ ਵਿੱਚ ਤਾਂ ਕੀ ਜੀਵ ਸੁਖ ਲੱਭਦਾ ਹੈ, ਸੁਪਨੇ ਵਿੱਚ ਵੀ ਸੁਖ ਨਹੀਂ ਮਿਲਣਾ ਜਿਹੋ ਜੇ ਇਹ ਕੰਮ ਕਰਦਾ ਹੈ। ਹਜੂਰ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਏਤੇ ਔਗਣ ਮੋਹ ਤਨ ਮਾਹੀ, ਰਾਖ ਲੇਹੋ ਪ੍ਰਭ ਸਰਣ ਗਹੀ। ਅਨਿਕ ਜਨਮ ਕੇ ਬਿਛਰੇ ਮੇਲੋ, ਪਾਵਨ ਪਤਤ ਤਵੈ ਬਿਰਦ ਕਹੀ। ਉਤਪਤ ਪਰਲਿਆ ਚੋਜ ਸਭ ਤੁਮਰੇ, ਤੁਮ ਬਿਨ ਦੂਜਾ ਅਵਰ ਨਹੀਂ। ਮੋਹੇ ਅਨਾਥ ਕੇ ਦਾਤੇ ਸੁਆਮੀ, ਰਾਖ ਲੇਹੋ ਬੱਡ ਪੁੰਨ ਅਹੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ, ਹਜੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਮਹਾਰਾਜ ਜੀ ਕਿਰਪਾ ਕਰਨ, ਹਜੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਜੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ, ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਨ ਨਾਨਕ ਭਗਵੰਤ ਭਜਨ ਬਿਨ, ਸੁਖ ਸੁਪਨੇ ਪੀ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਦੁਆਰਾ ਗੁਰਮੁਖ ਪਿਆਰੇ ਨਿਹਾਲ ਕਰ ਰਹੇ ਸਨ। ਭਾਈ ਕਰਨਵੀਰ ਸਿੰਘ ਜੀ, ਸੁਪਨੇ ਆਇਆ ਭੀ ਗਿਆ,
ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਏ। ਆਓ ਸੁਭਾਗੀ ਨੀਂਦੜੀਏ, ਮਤ ਸੋਹ ਦੇਖਾਂ ਸੋਏ। ਜਿਹੜੇ ਰੱਬ ਦੇ ਪਿਆਰੇ ਹਨ ਉਹਨਾਂ ਨੂੰ ਸੁੱਤੇ ਹੋਇਆਂ ਜੇ ਸੁਪਨੇ ਵੀ ਆਉਂਦੇ ਨੇ ਤਾਂ ਵੀ ਗੁਰੂ ਦੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਆਉਂਦੇ ਨੇ। ਜਿਹੜੇ ਅੰਮ੍ਰਿਤ ਵੇਲੇ ਉੱਠਣ ਵਾਲੇ ਸਿੰਘ ਹਨ, ਕਈ ਵਾਰੀ ਸਾਧ ਸੰਗਤ ਜੀ ਇਸ ਤਰ੍ਹਾਂ, ਇਹ ਗੁਰਮੁਖ ਪਿਆਰਿਆਂ ਨੇ ਦੇਖਿਆ ਹੋਵੇਗਾ, ਕਈ ਵਾਰੀ ਇਸ ਤਰ੍ਹਾਂ ਦਾ ਰਾਤ ਨੂੰ ਜਾਗ ਆ ਜਾਵੇ ਤੇ ਅੰਬੜਵਾਏ ਉੱਠੀਦਾ ਵੀ ਕਿਧਰੇ ਅੰਮ੍ਰਿਤ ਵੇਲਾ ਤੇ ਨਹੀਂ ਹੋ ਗਿਆ, ਕਿਧਰੇ ਮੇਰੀ ਡਿਊਟੀ ਸ਼ੁਰੂ ਹੋ ਗਈ ਹੋਵੇ ਅੰਮ੍ਰਿਤ ਵੇਲੇ ਦੀ ਤੇ ਮੈਂ ਸੁੱਤਾ ਹੀ ਰਹਿ ਗਿਆ ਹੋਵਾਂ। ਕਹਿਣ ਦਾ ਭਾਵ ਜਿਹੜੇ ਗੁਰਮੁਖ ਰੱਬ ਦੇ ਰੰਗ ਵਿੱਚ ਰੰਗੇ